ਜਨ ਨਾਨਕ ਹਰਿ ਗੁਣ ਪੀਜਿਆ, ਜਨ ਨਾਨਕ ਹਰਿ ਗੁਣ ਪੀਜਿਆ, ਫਿਰ ਟੋਟ ਨ ਆਵੈ ਹਰਿ ਗੁਣ ਕੇਰੀ, ਫਿਰ ਟੋਟ ਨ ਆਵੈ ਹਰਿ ਗੁਣ ਕੇਰੀ, ਫਿਰ ਟੋਟ ਨ ਆਵੈ ਹਰਿ ਗੁਣ ਕੇਰੀ। ਪ੍ਰੀਤ ਹੈ, ਪ੍ਰੀਤ ਹੈ ਗੁਰ ਸਿੱਖਾ ਮਨ, ਹਰਿ ਪ੍ਰੀਤ ਹੈ, ਪ੍ਰੀਤ ਹੈ, ਪ੍ਰੀਤ ਹੈ ਗੁਰ ਸਿੱਖਾ ਮਨ, ਹਰਿ ਪ੍ਰੀਤ ਹੈ। ਹਰਿ ਨਾਮ ਹਰਿ ਤੇਰੀ ਨਾਮ ਰਾਜੇ, ਹਰਿ ਨਾਮ ਹਰਿ ਤੇਰੀ ਨਾਮ ਰਾਜੇ, ਨਾਮ ਰਾਜੇ। ਪ੍ਰੀਤ ਹੈ, ਪ੍ਰੀਤ ਹੈ ਗੁਰ ਸਿੱਖਾ ਮਨ, ਹਰਿ ਪ੍ਰੀਤ ਹੈ, ਪ੍ਰੀਤ ਹੈ, ਪ੍ਰੀਤ ਹੈ ਗੁਰ ਸਿੱਖਾ ਮਨ, ਹਰਿ ਪ੍ਰੀਤ ਹੈ। ਗੁਰ ਸਿੱਖਾ ਮਨ ਹਰਿ ਪ੍ਰੀਤ ਹੈ, ਹਰਿ ਨਾਮ ਹਰਿ ਤੇਰੀ ਨਾਮ ਰਾਜੇ। ਗੁਰ ਸਿੱਖਾ ਮਨ ਹਰਿ ਪ੍ਰੀਤ ਹੈ, ਪ੍ਰੀਤ ਜੋ ਮਛਲੀ ਬਿਨ ਪਾਣੀ ਹੈ, ਜੋ ਜੀਵਨ ਪਾਵੈ, ਜੋ ਮਛਲੀ ਬਿਨ ਪਾਣੀ ਹੈ, ਜੋ ਜੀਵਨ ਪਾਵੈ। ਬੂੰਦ ਵਿਹੂਣਾ ਜਾਤਰ ਕੋ ਕਿਉ ਕਰ ਤ੍ਰਿਪਤਾਵੈ। भवर लोभी कुसुम वास का, मिले आप बुधाव। त्यों संत जना हर तीत है, देख हर्ष अभाव। त्यों संत जना हर प्रीत है, गुर सिक्खा मन हर प्रीत है। हर नाम हर तेरी नाम राजे, माधो जल की प्यास न जा।
ਗੁਰ ਸਿੱਖਾਂ ਮਨ ਕਰ ਪ੍ਰੀਤ ਹੈ, ਪ੍ਰੀਤ ਹੈ। ਮਾਧੋ ਜਲ ਕੀ ਪਿਆਸ ਨ ਜਾ, ਜਲ ਬਿਨ ਅਗਨ ਉਠੀ ਅਧਕਾਰ। ਤੂੰ ਜਲ ਨਿਧ ਹਾਂ ਜਲ ਕਾਮੀ, ਤੂੰ ਜਲ ਨਿਧ ਹਾਂ ਜਲ ਕਾਮੀਨ। ਜਲ ਮੈਂ ਰਹੋ ਜਲੇ ਬਿਨ ਹੀਨ। ਗੁਰ ਸਿੱਖਾਂ ਮਨ ਹਰ ਪ੍ਰੀਤ ਹੈ, ਪ੍ਰੀਤ ਹੈ। ਹਰ ਨਾਮ ਹਰ ਤੇਰੀ ਰਾਮ ਰਾਜੇ। ਹਰ ਨਾਮ ਹਰ ਤੇਰੀ ਰਾਮ ਰਾਜੇ। ਕਰ ਸੇ ਮੈਂ ਪੂਰਾ ਸਤਿਗੁਰੂ, ਮੁਖ ਜਾਏ ਹੈ ਮੇਰੀ। ਗੁਰ ਸਿੱਖਾਂ ਕੀ ਮੁਖ ਸਭ ਗਈ। ਤਿਨ ਪਿਛੇ ਗੁਰ ਸਿੱਖਾਂ ਕੀ ਭੁੱਖ ਸਭ ਗਈ। ਤਿਨ ਪਿਛੈ ਹੋਰ ਖਾਏ ਖੰਡੇ। ਜਨ ਨਾਨਕ ਹਰ ਗੁਣ ਬੀਜਿਆ, ਫਿਰ ਤੋਟ ਨ ਆਵੇ। ਗੁਰ ਸਿੱਖਾਂ ਮਨ ਹਰ ਪ੍ਰੀਤ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਨ, ਜੋ ਪਿਛਲੇ ਦਿਨਾਂ ਤੋਂ ਆਪ ਜੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਆਸਾ ਕੀ ਵਾਰ ਨਾਲ ਪੜ੍ਹੇ ਜਾਣ ਵਾਲੇ ਛੰਤਾਂ ਵਿੱਚੋਂ ਇਹ ਪਾਵਨ ਪਵਿੱਤਰ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 450 ਪੰਨੇ ਉੱਤੇ ਅੰਕਿਤ ਹੈ। ਦੋ ਪਦ ਮੈਂ ਪਹਿਲਾਂ ਇਸ ਪਵਿੱਤਰ ਸ਼ਬਦ ਦੇ ਪਿਛਲੇ ਸਮਿਆਂ ਵਿੱਚ ਪੜ੍ਹੇ ਨੇ, ਅੱਜ ਤੀਜਾ ਪਦ ਪੜ੍ਹਿਆ। ਇਸ ਸ਼ਬਦ ਦੀ ਆਰੰਭਤਾ ਇੱਥੋਂ ਹੁੰਦੀ ਹੈ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੁਗੜ ਮੰਨਿਆ, ਉਹਨਾਂ ਨੂੰ ਸਿਆਣੇ ਮੰਨਿਆ। ਸਿਆਣੇ ਤੋਂ ਭਾਵ ਜਿਸ ਦੀ ਬੁੱਧੀ ਬਹੁਤ ਤੀਖਣ ਹੋਵੇ, ਸ਼ਾਰਪ, ਬਹੁਤ ਤੇਜ਼ ਬੁੱਧੀਮਾਨ, ਬੜੀ ਸ਼ਾਰਪ ਸੋਚ ਰੱਖਦਾ ਹੋਵੇ। ਪਰ ਨਾਲ ਦੀ ਨਾਲ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਸ ਦੇ ਨਾਲ ਉਸ ਨੂੰ ਇੱਕ ਹੋਰ ਗੁਣ ਵੱਡਾ ਜਿਹੜਾ ਨਾਲ ਦਿੰਦਾ ਗੁਰੂ, ਜੋ ਮਾਲਕ ਦੀ ਪ੍ਰੀਤ ਵਿੱਚੋਂ ਮਿਲਦਾ ਹੈ, ਉਸ ਨੂੰ ਕਹਿੰਦੇ ਨੇ ਉਹ ਕੇਵਲ ਤੇ ਕੇਵਲ ਤੀਖਣ ਬੁੱਧੀ ਵਾਲਾ ਹੀ ਨਹੀਂ ਹੁੰਦਾ, ਉਹ ਨਾਲ ਸੁਗੜ ਵੀ ਹੁੰਦਾ, ਜਿਸ ਨੂੰ ਅਸੀਂ ਬੜਾ ਸ਼ੀਲ ਸੁਭਾਅ ਕਹਿੰਦੇ ਹਾਂ। ਜੀ ਪੁਰਾਣੇ ਬੰਦੇ ਦਾ ਸੁਭਾਅ ਬੜਾ ਸ਼ੀਲ ਸੁਭਾਅ, ਉਸ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਸੁਗੜ ਨਾਮ ਦਿੱਤਾ। ਸੁਗੜ ਬੜੇ ਸ਼ੀਲ ਸੁਭਾਅ ਵਿੱਚ। ਅਸੀਂ ਜਿਵੇਂ ਕਿਸੇ ਵੀ ਬੰਦੇ ਨੂੰ ਵੇਖ ਕੇ ਜਿਹੜਾ ਸਭ ਦੇ ਨਾਲ ਬੜੇ ਸਲੀਕੇ ਨਾਲ ਮਿਲਦਾ ਹੋਵੇ, ਸਲੀਕੇ ਨਾਲ ਪੇਸ਼ ਆਉਂਦਾ ਹੋਵੇ,
ਸੀਲ ਸੁਭਾਅ ਦਾ ਹੋਵੇ, ਉਸ ਮਨੁੱਖ ਨੂੰ ਸਾਰੇ ਬੰਦੇ ਇਹੋ ਆਖਦੇ ਨੇ ਵੀ ਇਹ ਬੜਾ ਸਿਆਣਾ ਬੰਦਾ, ਬੜਾ ਸੀਲ ਸੁਭਾਅ ਦਾ ਬੰਦਾ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਇਹ ਦਾਤ ਪ੍ਰਾਪਤ ਹੁੰਦੀ ਹੈ ਮਨੁੱਖ ਨੂੰ ਜਿਨ੍ਹਾਂ ਨੂੰ ਰੱਬ ਦੀ ਪ੍ਰੀਤ ਹੋਵੇ। ਕਿਉਂਕਿ ਪ੍ਰੀਤ ਕੇਵਲ ਸੰਸਾਰ ਦੇ ਅੰਦਰ ਇਸ ਸ਼ਬਦ ਵਿੱਚ ਪਹਿਲਾਂ ਆ ਚੁੱਕਿਆ। ਇਹ ਸਾਰਾ ਕੁਝ ਆਪ ਜੀ ਨਾਲ ਸਾਂਝਾ ਕਰ ਬੈਠਾ ਹਾਂ, ਕਿਉਂਕਿ ਕਈ ਸੰਗਤਾਂ ਵਿੱਚ ਨਵੀਆਂ ਹੁੰਦੀਆਂ ਨੇ, ਪਿਛਲੀ ਲੜੀ ਜੋੜਨੀ ਥੋੜੀ ਜਿਹੀ ਜ਼ਰੂਰੀ ਹੁੰਦੀ ਹੈ। ਕਿਉਂਕਿ ਪ੍ਰੀਤ ਕਰਨ ਵਾਸਤੇ ਸੰਸਾਰ ਦੇ ਵਿੱਚ ਅਨੇਕਾਂ ਪਦਾਰਥ ਨੇ, ਪਦਾਰਥਾਂ ਦੀ ਕੋਈ ਕਮੀ ਨਹੀਂ, ਵੰਨ ਸੁਵੰਨੇ ਪਦਾਰਥ ਨੇ। ਕੋਈ ਸਮਾਂ ਐਸਾ ਸੀ ਜਿਸ ਵਕਤ ਪਦਾਰਥਾਂ ਦੀ ਜਿਹੜੀ ਸੀ ਬਹੁਤ ਗਿਣਤੀ, ਸੀਮਤ ਗਿਣਤੀ ਹੁੰਦੀ ਸੀ, ਸੀਮਤ ਗਿਣਤੀ। ਉਸ ਸੀਮਤ ਗਿਣਤੀ ਵਿੱਚੋਂ ਪਦਾਰਥਾਂ ਦੀ ਚੋਣ ਕਰਨੀ ਪੈਂਦੀ ਸੀ ਤੇ ਬੜੇ ਸਹਿਜੇ ਆਰਾਮ ਦੇ ਨਾਲ ਤੁਸੀਂ ਉਂਗਲੀਆਂ ਤੇ ਗਿਣ ਲੈਂਦੇ ਸੋ ਉਸ ਸੀਮਤ ਗਿਣਤੀ ਦੇ ਜਿਤਨੇ ਵੀ ਪਦਾਰਥ ਨੇ। ਮੈਂ ਕੇਵਲ ਉਦਾਹਰਣ ਮਾਤਰ ਜੇ ਮੈਂ ਕੱਪੜੇ ਦੇ ਨਾਂ ਲੈ ਲਵਾਂ ਤੇ ਕੱਪੜੇ ਦੇ ਵਿੱਚ ਤੁਸੀਂ ਪੁਰਾਣੇ ਜਿਹੜੇ ਬੈਠੇ ਹੋ ਉਹ ਸਾਰੇ ਜਾਣਦੇ ਹੋ, ਇਹ ਛੀਟ ਦਾ ਕੱਪੜਾ ਹੈ, ਇਹ ਪਾਪਲੀਨ ਦਾ ਕੱਪੜਾ ਹੈ, ਟੈਰਾਲੀਨ ਆਦਿਕ ਤੇ ਸੁਣੀ ਨਹੀਂ ਸੀ ਹੁੰਦਾ ਕਿਸੇ ਨੇ, ਜਾਂ ਹੋਰ ਦੋ ਚਾਰ ਨਾਮ। ਇਹ ਖੱਦਰ ਦਾ ਕੱਪੜਾ ਹੈ, ਇਹ ਸੂਤੀ ਕੱਪੜਾ ਹੈ, ਤੇ ਰੇਸ਼ਮੀ ਕੱਪੜਾ ਕੇਵਲ ਇੱਕ ਅੱਧ ਕੋਈ ਵੈਰਾਈਟੀ ਮਿਲਦੀ ਸੀ ਵੇਖਣ ਨੂੰ, ਉਹਨੂੰ ਕਹਿੰਦੇ ਨੇ ਰੇਸ਼ਮੀ ਕੱਪੜਾ, ਤੇ ਉਹ ਵੀ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਸੀ। ਹਰ ਇੱਕ ਬੰਦਾ ਉਹ ਲੈਣ ਦੀ ਸਮਰੱਥਾ ਨਹੀਂ ਸੀ। ਪਰ ਅੱਜ ਤੁਸੀਂ ਧਿਆਨ ਮਾਰ ਕੇ ਵੇਖੋ ਵੈਰਾਈਟੀ ਦਾ ਕੀ ਹਿਸਾਬ ਹੈ, ਕਿੱਥੇ ਤੱਕ ਪਹੁੰਚ ਗਈ ਹੈ ਗੱਲ। ਪਦਾਰਥ ਦੇ ਨਾਲ ਪਿਆਰ ਕਰਨਾ ਮਨੁੱਖ ਨੂੰ ਆਉਂਦਾ ਹੈ। ਉਸ ਪਦਾਰਥ ਦੇ ਵਿੱਚ ਕੇਵਲ ਇਕੱਲੇ ਪਦਾਰਥ ਨਹੀਂ, ਪਦਾਰਥਾਂ ਦੇ ਵਿੱਚ ਨਾਲ ਦੀ ਨਾਲ ਸੰਸਾਰ ਦੇ ਜੀਵਾਂ ਨਾਲ ਵੀ ਬੰਦਾ ਪਿਆਰ ਕਰਦਾ ਹੈ, ਵਸਤੂਆਂ ਨਾਲ ਵੀ ਪਿਆਰ ਕਰਦਾ ਹੈ। ਘਰ ਵਿੱਚ ਕਿਸੇ ਵੇਲੇ ਕੋਈ ਚੀਜ਼ ਤੁਸੀਂ ਲੈ ਕੇ ਆਂਦੀ ਹੋਵੇ, ਬੜੀ ਸਸਤੀ ਚੀਜ਼ ਹੋਵੇ, ਤੇ ਤੁਹਾਡੇ ਘਰ ਵਿੱਚ ਉਹ ਬਹੁਤ ਲੰਬਾ ਸਮਾਂ ਤੁਹਾਡੇ ਨਾਲ ਉਸ ਵਸਤੂ ਨੂੰ ਰੱਖਣ ਦਾ ਸਮਾਂ ਪ੍ਰਾਪਤ ਹੋ ਜਾਏ, ਤੇ ਅਚਨਚੇਤ ਜਦੋਂ ਹੱਥ ਤੋਂ ਟੁੱਟ ਕੇ ਕਿਤੇ ਡਿੱਗ ਜਾਏ, ਟੁੱਟ ਜਾਏ, ਤੇ ਬੰਦੇ ਨੂੰ ਬੜਾ ਅਫਸੋਸ ਹੁੰਦਾ, ਉਹਦਾ ਮਨ ਵਿੱਚ ਉਸ ਦਾ ਬੜਾ ਅਫਸੋਸ ਹੁੰਦਾ। ਹਾਲਾਂਕਿ ਉਹਦੇ ਨਾਲ ਦੀਆਂ 50 ਚੀਜ਼ਾਂ ਹੋਰ ਮਿਲ ਜਾਂਦੀਆਂ ਨੇ, ਉਸ ਤੋਂ ਵਧੀਆ ਮਿਲਦੀਆਂ ਨੇ, ਪਰ ਕਿਉਂ? ਕਿਉਂਕਿ ਉਹਦੇ ਨਾਲ ਉਹਦੀ ਸਾਂਝ ਬੜੀ ਦੇਰ ਤੋਂ ਲੰਬੀ ਸੀ। ਭਾਵੇਂ ਉਹ ਕੀਮਤੀ ਨਹੀਂ ਹੁੰਦੀ, ਕੀਮਤ ਕਰਕੇ ਜ਼ਿਆਦਾ ਉਸ ਦੀ ਕੋਈ ਵੈਲਿਊ ਨਹੀਂ, ਪਰ ਉਸ ਦੀ ਸਾਂਝ ਕਰਕੇ, ਕਿਉਂਕਿ ਲੰਬੇ ਸਮੇਂ ਤੋਂ ਸਾਂਝ ਚੱਲੀ ਆ ਰਹੀ ਹੈ, ਤੇ ਬੰਦੇ ਨੂੰ ਰੋਜ਼ ਚੇਤੇ ਆਉਂਦੀ ਹੈ। ਜਿਸ ਕੱਪ ਵਿੱਚ ਤੁਸੀਂ ਰੋਜ਼ ਚਾਹ ਪੀਂਦੇ ਹੋਵੋ, ਉਹ ਕੱਪ ਤੁਹਾਡੇ ਹੱਥੋਂ ਦੇਖ ਕੇ ਟੁੱਟ ਜਾਏ, ਤੇ ਤੁਸੀਂ ਚਾਹ ਪੀਣ ਲੱਗੇ ਉਸ ਕੱਪ ਨੂੰ ਜ਼ਰੂਰ ਚੇਤੇ ਕਰਦੇ ਵੀ ਉਹ ਕੱਪ ਜਿਹੜਾ ਸੀ ਨਾ ਮੇਰਾ, ਉਹ ਬੜਾ ਵਧੀਆ ਕੱਪ ਸੀ। ਉਸ ਕੱਪ ਵਾਲੇ ਪਾਸੇ ਧਿਆਨ ਸਦਾ ਜਾਂਦਾ, ਕਿਉਂਕਿ ਇਹਦਾ ਮਤਲਬ ਹੈ ਉਹਦੇ ਨਾਲ ਅਟੈਚਮੈਂਟ ਹੋ ਗਈ, ਪ੍ਰੀਤ ਹੋ ਗਈ, ਅਣਜਾਣੇ ਵਿੱਚ ਹੀ ਪ੍ਰੀਤ ਹੋ ਗਈ ਉਹਦੇ ਨਾਲ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਪ੍ਰੀਤ ਜਿਹੜੀ ਹੈ, ਕਿਉਂਕਿ ਕੱਪ ਟੁੱਟ ਗਿਆ ਤੇ ਹੁਣ ਉਹ ਪ੍ਰੀਤ ਵੀ ਜਿਹੜੀ ਸੀ ਉਹ ਚੂਰ ਚੂਰ ਹੋ ਗਈ। ਇਸੇ ਤਰ੍ਹਾਂ ਦੇ ਨਾਲ ਜੀਵਾਂ ਦੀ ਪ੍ਰੀਤ ਵੀ ਹੈ, ਜੀਵਾਂ ਨੂੰ ਵੀ ਅਸੀਂ ਪ੍ਰੀਤ ਕਰਦੇ ਹਾਂ, ਉਹ ਜੀਵ ਵੀ ਵਿੱਚ। ਇਸ ਕਰਕੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਜਿਹੜੀ ਸੰਸਾਰਿਕ ਪ੍ਰੀਤ ਹੈ ਇਹ ਮਨੁੱਖ ਨੂੰ ਦੁੱਖ ਦਿੰਦੀ ਹੈ, ਇਹਦੇ ਵਿੱਚ ਦੁੱਖ ਉਤਪੰਨ ਹੁੰਦੇ ਨੇ, ਉਹ ਕਿਸੇ ਨਾਲ ਵੀ ਹੁੰਦੇ। ਪਰ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਦੇ ਪਿਆਰ ਵਾਲੇ ਜਿਹੜੇ ਨੇ ਉਹ ਪ੍ਰੀਤ ਕਰਦੇ ਨੇ, ਪਰ ਰੱਬ ਨਾਲ ਕਰਦੇ ਨੇ, ਜਿਹਨਾਂ ਅੰਤਰ ਹਰ ਪ੍ਰੀਤ, ਹਰੀ ਨਾਲ ਪ੍ਰੀਤ ਕਰਦੇ ਨੇ। ਤੇ ਹਰੀ ਦਾ ਸਭ ਤੋਂ ਵੱਡਾ ਗੁਣ ਹੈ, ਪਰਮੇਸ਼ਰ ਦਾ ਸਭ ਤੋਂ ਵੱਡਾ ਗੁਣ ਇਹ ਹੈ, ਨਾ ਉਬਰ ਹੈ ਨਾ ਹੋਵੇ ਸੋ। ਇਸ ਕਰਕੇ ਉਸ ਪ੍ਰੀਤ ਵਿੱਚੋਂ ਕਦੇ ਵੀ ਨਿਰਾਸ਼ਾ ਪੈਦਾ ਨਹੀਂ ਹੁੰਦੀ, ਕਦੇ ਸੋਗ ਪੈਦਾ ਨਹੀਂ ਹੁੰਦਾ, ਕਦੇ ਮਨੁੱਖ ਨੂੰ ਕਿਸੇ ਵੇਲੇ ਵੀ ਮਨ ਦੇ ਅੰਦਰ ਇਸ ਕਿਸਮ ਦੀ ਖਿਆਲਾਤ ਪੈਦਾ ਨਹੀਂ ਹੁੰਦੇ ਵੀ ਮਨ ਜਿੱਥੇ ਝੁਰਦਾ ਹੋਵੇ। ਇਸ ਕਰਕੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ, ਮੈਂ ਸੰਖੇਪ ਵਿੱਚ ਇਸ ਤੋਂ ਅਗਲੇ ਪਦ ਵਾਲੇ ਪਾਸੇ ਪਹੁੰਚਣਾ ਚਾਹੁੰਦਾ ਹਾਂ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ
ਉਹ ਪ੍ਰੀਤ ਵਾਲੇ ਜਿਹੜੇ ਸਿੱਖ ਨੇ, ਜਿਹੜੇ ਰੱਬ ਦੀ ਪ੍ਰੀਤ ਕਰਨ ਵਾਲੇ ਨੇ, ਉਹ ਫਿਰ ਕੀ ਕਰਦੇ ਨੇ, ਉਹ ਉਹਨਾਂ ਥਾਵਾਂ ਨੂੰ ਜਾ ਕੇ ਭਾਲਦੇ ਫਿਰਦੇ ਨੇ। ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਪਵਿੱਤਰ ਬਾਣੀ, ਕਹਿੰਦੇ ਨੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ। ਜਿਹੜੇ ਰੱਬ ਨਾਲ ਪ੍ਰੀਤ ਕਰਨ ਵਾਲੇ ਨੇ ਉਹ ਉਹਨਾਂ ਥਾਵਾਂ ਦੀ ਭਾਲ ਕਰਦੇ ਨੇ ਵੀ ਜਿੱਥੇ ਮੇਰੇ ਗੁਰੂ ਦਾ ਪ੍ਰਕਾਸ਼ ਹੈ। ਮੈਂ ਹੁਣ ਕਈ ਵਾਰੀ ਦੇਖਦਾ ਹਾਂ, ਕਈ ਸੱਜਣ ਆਉਂਦੇ ਨੇ ਗੁਰਦੁਆਰਾ ਸਾਹਿਬ ਵਿਖੇ, ਅਜੇ ਅਸੀਂ 2013 ਤੋਂ ਇੱਥੇ ਮਾਲਕ ਨੇ ਇਹ ਸਤਸੰਗ ਦਾ ਸਥਾਨ ਬਖਸ਼ਿਸ਼ ਕੀਤਾ ਹੋਇਆ। 7 ਸਾਲ ਹੋ ਚਲੇ ਨੇ, ਹੋ ਗਏ ਨੇ ਆਲਮੋਸਟ, 8ਵਾਂ ਸ਼ੁਰੂ ਹੋ ਚਲੇ। ਪਰ ਹੁਣ ਕਈ ਬੰਦੇ ਐਸੇ ਨੇ ਜਿਹੜੇ ਕਿ ਇੱਥੇ ਆਉਂਦੇ ਨੇ ਗੁਰਦੁਆਰਾ ਸਾਹਿਬ ਤੇ ਉਹ ਕਹਿੰਦੇ ਨੇ ਜੀ ਅੱਜ ਪਹਿਲੀ ਵਾਰੀ ਆਉਣ ਦਾ ਮੌਕਾ ਮਿਲਿਆ, ਪਤਾ ਨਹੀਂ ਸੀ, ਢੂੰਡਦੇ ਆ ਲੱਭਦੇ ਆ, ਸਾਨੂੰ ਅੱਜ ਪਹਿਲੀ ਵਾਰੀ ਖਬਰ ਮਿਲੀ ਹੈ ਵੀ ਇੱਥੇ ਵੀ ਗੁਰਦੁਆਰਾ ਸਾਹਿਬ ਹੈ। ਜੀ ਕਿਉਂ ਢੂੰਡਿਆ ਤੁਸੀਂ? ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇੱਕ ਵਚਨ ਆਖਿਆ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਭਾਵੇਂ ਰੱਬ ਨਾਲ ਪ੍ਰੀਤ ਆਪਣੇ ਕਿਸੇ ਗਰਜ਼ ਕਰਕੇ ਕਰਦੇ ਹਾਂ, ਸਾਡੀਆਂ ਗਰਜ਼ਾਂ ਨੇ, ਸਾਡੀਆਂ ਲੋੜਾਂ ਨੇ, ਅਸੀਂ ਉਹਨਾਂ ਲੋੜਾਂ ਕਰਕੇ ਆਪਣੇ ਗੁਰੂ ਨਾਲ ਪ੍ਰੀਤ ਕਰਦੇ ਹਾਂ। ਮੈਨੂੰ ਮਾਫ ਕਰ ਦੇਣਾ ਕਿ ਮੈਂ ਕਿਸੇ ਦੀ ਫੀਲਿੰਗ ਨਾਲ ਹਰਟ ਕਰ ਰਿਹਾ ਹੋਵਾਂ। ਸਾਡੀਆਂ ਗਰਜ਼ਾਂ ਨੇ, ਸਾਡੀਆਂ ਲੋੜਾਂ ਨੇ, ਅਸੀਂ ਆਪਣੀ ਲੋੜ ਕਰਕੇ ਆਪਣੇ ਗੁਰੂ ਨਾਲ, ਸਾਡੀ ਜ਼ਿਆਦਾ ਜਿਹੜੀ ਪ੍ਰੀਤ ਹੈ ਨਾ, ਜ਼ਿਆਦਾ ਜਿਹੜੀ ਸਾਂਝ ਹੈ, ਉਹ ਇਸੇ ਕਰਕੇ ਹੈ, ਇਹ ਕਿਸ ਤੋਂ ਉੱਪਰ ਵੀ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਉਹਦਾ ਜ਼ਿਕਰ ਵੀ ਕੀਤਾ, ਕਹਿੰਦੇ ਨੇ ਆਪਣੇ ਲੋਭ ਕੋ ਕੀਨੋ ਮੀਤ, ਗੁਰਬਾਣੀ ਦੇ ਪਵਿੱਤਰ ਵਚਨ ਜੀ ਕਹਿੰਦੇ ਨੇ ਸਿੱਖ ਕੀ ਕਰਦਾ ਕਈ ਵਾਰੀ ਆਪਣੇ ਗਰਜ ਕਰਕੇ, ਆਪਣੀ ਲੋੜ ਕਰਕੇ ਗੁਰੂ ਨਾਲ ਪਿਆਰ ਕਰਦਾ ਤੇ ਗੁਰੂ ਕਿੰਨਾ ਬਖਸ਼ਦਾ ਹੈ। ਸਤਿਗੁਰ ਪਾਤਸ਼ਾਹ ਜੀ ਅਗਲੀ ਪੰਕਤੀ ਇਸ ਪਵਿੱਤਰ ਸ਼ਬਦ ਦੀ ਉਚਾਰਨ ਕਰਦੇ ਨੇ, ਕਹਿੰਦੇ ਨੇ ਗੁਰੂ ਕਿਤਨਾ ਦਿਆਲੂ ਹੈ। ਕਹਿੰਦੇ ਨੇ ਅਸੀਂ ਕੀ ਕਰਦੇ ਹਾਂ, ਅਸੀਂ ਤੇ ਗੁਰੂ ਨਾਲ ਪ੍ਰੀਤ ਕਰਦੇ ਹਾਂ ਆਪਣੀ ਲੋੜ ਲਈ, ਆਪਣੇ ਲੋਭ ਲਈ, ਆਪਣੇ ਲਾਲਚ ਲਈ, ਆਪਣੀਆਂ ਲੋੜਾਂ ਵਾਸਤੇ। ਕਹਿੰਦੇ ਨੇ ਆਪਣੇ ਲੋਭ ਕੋ ਕੀਨੋ ਮੀਤ, ਪਰ ਗੁਰੂ ਨਾਲ ਦੀ ਨਾਲ ਸਾਡੇ ਤੇ ਮਿਹਰ ਜਦੋਂ ਕਰਦੇ ਨੇ, ਕਹਿੰਦੇ ਨੇ ਮੁਕਤ ਪਦਾਰਥ ਹਰ ਪ੍ਰਭ ਦੀਪ, ਜਦੋਂ ਉਹ ਜਿਹੜੀ ਪ੍ਰੀਤ ਹੈ ਸਾਡੀ ਸੱਚ ਵਿੱਚ ਬਦਲ ਜਾਏ, ਹਰੀ ਨਾਲ ਬਦਲ ਜਾਏ, ਪਰਮੇਸ਼ਰ ਗੁਰੂ, ਕਿਉਂਕਿ ਗੁਰੂ ਦਾ ਕੰਮ ਹੀ ਹੈ। ਜਿਹੜਾ ਅੱਜ ਮੈਂ ਪਵਿੱਤਰ ਸ਼ਬਦ ਪੜ੍ਹਿਆ ਇਹਦੇ ਅੰਦਰ ਇਹ ਸਾਰੀ ਵਾਰਦਾਤ ਤੇ ਸਾਰੀ ਆ ਜਾਏਗੀ। ਹੁਣ ਗੁਰੂ ਕੀ ਕਰਦੇ ਨੇ, ਗੁਰੂ ਸਾਡੀ ਪ੍ਰੀਤ ਨੂੰ ਆਪਣੇ ਵਿੱਚੋਂ ਉਠਾ ਕੇ ਪਰਮੇਸ਼ਰ ਵਿੱਚ ਪ੍ਰਵੇਸ਼ ਕਰਦੇ ਨੇ। ਗੁਰੂ ਦਾ ਇਹ ਕੰਮ ਹੈ। ਗੁਰੂ ਦੀ ਸਭ ਤੋਂ ਵੱਡੀ ਕਰਾਮਾਤ ਕੀ ਹੈ? ਜਿਹੜੀਆਂ ਕਰਾਮਾਤਾਂ ਅਸੀਂ ਸਟੋਰੀਆਂ 'ਚ ਪੜ੍ਹਦੇ ਹਾਂ ਨਾ, ਉਹ ਕਰਾਮਾਤਾਂ ਜਿਹੜੀਆਂ ਨੇ ਉਹ ਕੇਵਲ, ਮੈਨੂੰ ਮਾਫ ਕਰ ਦੇਣਾ, ਉਹ ਬਨਾਵਟੀ ਗੱਲਾਂ ਤੁਹਾਨੂੰ ਸਾਰਿਆਂ ਧਰਮਾਂ ਵਿੱਚ ਇੱਕੋ ਜਿਹੀਆਂ ਮਿਲਣਗੀਆਂ, ਇੱਕੋ ਜਿਹੀਆਂ, ਕਰੀਬ ਤੁਹਾਨੂੰ ਇੱਕੋ ਜਿਹੀਆਂ ਮਿਲਣਗੀਆਂ। ਇਹਦਾ ਮਤਲਬ ਹੈ ਵੀ ਉਹ ਕੋਈ ਇੱਕੋ ਜਿਹੀਆਂ ਕਿਸ ਤਰ੍ਹਾਂ ਹੋ ਸਕਦੀਆਂ ਨੇ? ਇੱਕ ਬੰਦਾ ਕਿੱਥੇ ਹੋਇਆ, ਦੂਜਾ ਕਿੱਥੇ ਹੋਇਆ, ਉਹ ਕਿਸ ਤਰ੍ਹਾਂ ਹੋ ਸਕਦੀਆਂ ਨੇ ਇਸ ਤਰ੍ਹਾਂ? ਕਿਉਂਕਿ ਉਹ ਲਿਖੀਆਂ ਗਈਆਂ ਨੇ ਬਹੁਤ ਦੇਰ ਬਾਅਦ, ਤੇ ਲਿਖਣ ਵਾਲੇ ਜਿਹੜੇ ਨੇ ਉਹਨਾਂ ਦੀ ਮਾਨਸਿਕ ਦਸ਼ਾ ਜਿਹੜੀ ਹੈ ਉਹ ਇਹੋ ਹੈ ਵੀ ਅਸੀਂ ਕਰਾਮਾਤੀ ਕਹਾਣੀਆਂ ਲਿਖੀਏ, ਲੋਕਾਂ ਨੂੰ ਪਤਾ ਲੱਗੇ ਵੀ ਹਾਂ ਵੀ ਇਹ ਵਾਕਈ ਇਹਨਾਂ 'ਚ ਬੜੀ ਵੱਡੀ ਸ਼ਕਤੀ ਸੀ। ਮੈਂ ਹੁਣ ਤੁਹਾਡੇ ਨਾਲ ਇੱਕ ਉਦਾਹਰਣ ਨਾਲ ਸਾਂਝੀ ਕਰ ਲਵਾਂ, ਛੋਟੀ ਜਿਹੀ ਉਦਾਹਰਣ। ਬੜੀ ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਖੁਦ ਆਪਣਾ ਅੰਗੀਠਾ ਤਿਆਰ ਕੀਤਾ, ਖੁਦ ਉਸ ਅੰਗੀਠੇ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਅੰਦਰ ਪ੍ਰਵੇਸ਼ ਕੀਤੇ ਔਰ ਉਹਦੇ ਸਤਿਗੁਰ ਦਾ ਸੰਸਕਾਰ ਹੋਇਆ। ਕਹਿਣ ਵਾਲਿਆਂ ਨੇ ਇਹ ਗੱਲ ਆਖ ਦਿੱਤੀ ਵੀ ਗੁਰੂ ਸਾਹਿਬ ਜੀ ਆਖ ਕੇ ਗਏ ਨੇ ਵੀ ਇੱਥੇ ਜਿਹੜਾ ਬੰਦਾ 60 ਸਾਲ ਦੀ ਉਮਰ ਤੱਕ ਆਵੇਗਾ, ਇਹ ਕਹਾਣੀਆਂ ਤੇ ਮੈਂ ਤੁਹਾਨੂੰ ਜਿਹੜੀਆਂ ਲਿਖੀਆਂ ਹੋਈਆਂ ਸਾਨੂੰ ਮਿਲਦੀਆਂ ਨੇ, ਜਿਹੜੀਆਂ ਸਾਨੂੰ ਪਰੋਸ ਕੇ ਦਿੱਤੀਆਂ ਜਾਂਦੀਆਂ ਨੇ, ਵੀ ਮੈਂ ਸਿੱਖ ਦੀ ਉਡੀਕ 60 ਸਾਲ ਤੱਕ ਕਿਤੇ ਕਰਾਂਗਾ, ਵੀ 60 ਸਾਲ ਦੀ ਉਮਰ ਤੱਕ ਜਿਹੜਾ ਬੰਦਾ ਮੈਂ ਉਹਦੀ ਉਡੀਕ ਕਰਿਆ ਕਰਾਂਗਾ। ਵੀ ਤੁਸੀਂ ਹੁਣ ਅੰਦਾਜ਼ਾ ਲਾਓ, ਜਿਸ ਬੰਦੇ ਨੇ ਕਿਤੇ ਵੀਜ਼ਾ ਲੈ ਕੇ ਜਾਣਾ ਹੋਵੇ ਤੇ ਉਹਨੂੰ ਵੀਜ਼ਾ ਨਾ ਮਿਲੇ ਇੰਡੀਆ ਦਾ, ਉਹ ਕਿੱਦਾਂ ਜਾਏਗਾ ਉੱਥੇ? ਇਹਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਨਹੀਂ ਮਿਲ ਸਕਦੇ। ਕਹਾਣੀਆਂ ਤੇ ਉੱਥੇ ਕਹਾਣੀਆਂ ਵਾਲਿਆਂ ਨੇ ਇਹ ਗੱਲ ਬਿਆਨ ਕਰ ਦਿੱਤੀ ਵੀ ਗੁਰੂ ਸਾਹਿਬ ਜਿਹੜੇ ਨੇ ਉਸ ਤੋਂ ਬਾਅਦ ਉੱਥੋਂ ਅਲੋਪ ਹੋ ਗਏ, ਚਲੇ ਗਏ।
ਉੱਥੇ ਸਤਿਗੁਰ ਪਾਤਸ਼ਾਹ ਜੀ ਦੀ ਕੇਵਲ ਉੱਥੇ ਜਿਹੜੀ ਸੀ ਉਹ ਕਿਰਪਾਨ ਮਿਲੀ ਤੇ ਹੋਰ ਕੁਝ ਜਿਹੜੇ ਸ਼ਸਤਰ ਪਹਿਨੇ ਉਹ ਮਿਲੇ, ਹੋਰ ਕੁਝ ਨਹੀਂ ਮਿਲਿਆ। ਭਾਗ ਕੇ ਗੁਰੂ ਸਾਹਿਬ ਅਲੋਪ ਹੋ ਗਏ। ਇਹੋ ਗੱਲ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਪੜ੍ਹਦੇ ਹੋ ਕਿ ਉੱਥੇ ਜੀ ਫੁੱਲ ਮਿਲੇ, ਚਾਦਰ ਵਿਛਾਤੀ, ਉੱਥੇ ਕੁਛ ਨਹੀਂ ਸੀ, ਇਹ ਸੀ ਉਹ ਸੀ। ਇਹ ਸਭ ਕੁਝ ਪੜ੍ਹਨ ਨੂੰ ਮਿਲਦਾ ਨਾ ਤੁਹਾਨੂੰ। ਬਿਲਕੁਲ ਹੂ ਬਹੂ ਸੇਮ ਸਟੋਰੀ ਈਸਾ ਮਸੀਹ ਦੇ ਨਾਲ ਵੀ ਜੋੜੀ ਜਾਂਦੀ ਹੈ। ਹੁਣ ਫਰਕ ਦੇਖੋ ਕਿਤਨਾ ਸਮਾਂ ਹੈ, 2000 ਸਾਲ ਦਾ ਫਰਕ ਹੈ ਆਪਸ ਵਿੱਚ। ਯਿਸੂ ਮਸੀਹ ਈਸਾ ਮਸੀਹ ਦੀ 30 ਸਾਲ ਦੀ ਉਮਰ ਸੀ ਜਦੋਂ ਉਸ ਨੂੰ ਰੱਬ ਦੇ ਗਿਆਨ ਦੀ ਪ੍ਰਾਪਤੀ ਹੋਈ। 33 ਸਾਲ ਦੀ ਉਮਰ 'ਚ ਉਸ ਨੂੰ ਸਜ਼ਾ ਦੇ ਕੇ ਸਲੀਬ ਦੇ ਉੱਤੇ ਚੜਾ ਕੇ ਕਿੱਲਾ ਠੋਕ ਕੇ ਉਹਦੇ ਹੱਥ ਵਿੱਚ ਉਹਨੂੰ ਸ਼ਹੀਦ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ। 33 ਸਾਲ ਦੀ ਉਮਰ ਸੀ ਉਸ ਵਕਤ। ਉਸ ਨੂੰ ਉਸ ਤੋਂ ਬਾਅਦ ਧਰਤੀ ਦੇ ਸਪੁਰਦ ਕਰ ਦਿੱਤਾ, ਕਿਉਂਕਿ ਉਹ ਕਬਰਾਂ ਵਿੱਚ ਦਫਨਾਉਂਦੇ ਨੇ। ਤੇ ਉਹਨਾਂ ਦੀ ਇਹ ਕਹਾਣੀ ਹੈ ਵੀ ਉਹ ਕਹਿੰਦੇ ਨੇ ਵੀ 3 ਦਿਨ ਤੋਂ ਬਾਅਦ ਈਸਾ ਮਸੀਹ ਉੱਥੋਂ ਉਸ ਕਬਰ ਵਿੱਚੋਂ ਅਲੋਪ ਹੋ ਗਿਆ, ਨਿਕਲ ਗਿਆ, ਚਲਾ ਗਿਆ। ਤੇ ਉਹ ਫਿਰ ਪ੍ਰਚਾਰ ਕਰਦਾ ਰਿਹਾ। ਇੱਕ ਪਾਸੇ ਗੁਰੂ ਨਾਨਕ ਸਾਹਿਬ ਨੂੰ ਆਖਦੇ ਅਲੋਪ ਹੋ ਗਏ, ਦੂਜੇ ਪਾਸੇ ਈਸਾ ਮਸੀਹ ਨੂੰ ਕਹਿੰਦੇ ਉਹ ਵੀ ਅਲੋਪ ਹੋ ਗਿਆ, ਉੱਥੋਂ ਨਿਕਲ ਗਿਆ। ਇੱਕ ਪਾਸੇ ਦਸਮ ਪਾਤਸ਼ਾਹ ਨੂੰ ਕਹਿੰਦੇ ਉੱਥੋਂ ਨਿਕਲ ਗਏ, ਚਲੇ ਗਏ। ਇਹ ਕਹਾਣੀਆਂ ਲਿਖਣ ਵਾਲੇ ਲੋਕ ਨੇ ਜਿਹੜੇ ਸਾਡੇ ਤੱਕ ਇਸ ਤਰ੍ਹਾਂ ਦੀਆਂ ਕਹਾਣੀਆਂ ਪਰੋਸਦੇ ਨੇ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚੌਥੇ ਸਰੂਪ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਵਿੱਚ ਵਡਿਆਈ ਕੀ ਹੈ। ਕਹਿੰਦੇ ਨੇ ਗੁਰੂ ਸਾਨੂੰ ਆਪਣੇ ਨਾਲੋਂ ਜਿਹੜਾ ਗੁਰੂ ਦੇ ਪਿਆਰ ਵਿੱਚ ਆਉਂਦਾ ਹੈ, ਗੁਰੂ ਕੀ ਕਰਦਾ ਹੈ, ਉਸ ਨੂੰ ਰੱਬ ਦੇ ਪਿਆਰ ਵਿੱਚ ਬਦਲਦਾ, ਉਹਨੂੰ ਰੱਬ ਦਾ ਪਿਆਰ ਬਖਸ਼ਿਸ਼ ਕਰਦਾ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ ਉਹਨਾਂ ਗੁਰਸਿੱਖਾਂ ਦੇ ਮਨ ਦੇ ਵਿੱਚ ਉਸ ਰੱਬ ਦੀ ਲਈ ਪਿਆਰ ਹੁੰਦਾ ਹੈ। ਗੁਰਸਿੱਖਾਂ ਮਨ ਹਰ ਪ੍ਰੀਤ ਹੈ। ਉਸ ਪ੍ਰੀਤ ਨੂੰ, ਉਹ ਪ੍ਰੀਤ ਕਿਸ ਤਰ੍ਹਾਂ ਦੀ ਹੈ? ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਸੁੰਦਰ ਉਦਾਹਰਨਾਂ ਦੇ ਕੇ ਉਸ ਪ੍ਰੀਤ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਜੈਤਸਰੀ ਦੀ ਵਾਰ ਮਹਿਲਾ ਪੰਜਵਾਂ, ਉਹਦੇ ਵਿੱਚ ਪਵਿੱਤਰ ਸ਼ਬਦ ਤੋਂ ਬਦਲਦਾ ਪੜ੍ਹਨਾ। ਕਹਿੰਦੇ ਨੇ ਮਛਲੀ ਜਿਸ ਤਰ੍ਹਾਂ ਪਾਣੀ ਤੋਂ ਬਗੈਰ ਜਿਉਂਦੀ ਨਹੀਂ ਰਹਿ ਸਕਦੀ। ਸਿੱਖ ਦੀ ਪ੍ਰੀਤ ਗੁਰੂ ਦੇ ਨਾਲ, ਕਹਿੰਦੇ ਨੇ ਗੁਰੂ ਦੇ ਨਾਲ ਸਿੱਖ ਦੀ ਪ੍ਰੀਤ ਵੀ ਹੂ ਬਹੂ ਕਹਿੰਦੇ ਨੇ ਇਸੇ ਤਰ੍ਹਾਂ ਦੇ ਨਾਲ ਹੈ। ਸਿੱਖ ਵੀ ਗੁਰੂ ਤੋਂ ਬਗੈਰ ਨਹੀਂ ਜਿਉਂਦਾ ਰਹਿ ਸਕਦਾ। ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਕਿਵੇਂ ਜਿਉਂਦੀ ਰਹਿ ਸਕਦੀ ਹੈ? ਕਹਿੰਦੇ ਨਹੀਂ ਰਹਿ ਸਕਦੀ। ਹੁਣ ਦੂਸਰੀ ਐਗਜ਼ਾਮਪਲ ਹੋਰ ਦਿੱਤੀ, ਕਹਿੰਦੇ ਨੇ ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ। ਬਬੀਹਾ ਸਵੰਤੀ ਬੂੰਦ ਲਈ ਤਰਸਦਾ ਹੈ, ਉਹ ਉਸ ਤੋਂ ਬਗੈਰ ਆਖਰ ਆਪਣਾ ਜੀਵਨ ਕਿਵੇਂ ਬਤੀਤ ਕਰ ਸਕਦਾ ਹੈ? ਨਹੀਂ ਰਹਿ ਸਕਦਾ। ਫਿਰ ਤੀਸਰੀ ਉਦਾਹਰਣ ਦਿੱਤੀ, ਕਹਿੰਦੇ ਨੇ ਨਾਦ ਕੁਰੰਗ ਕੈ ਵਿਦਿਆ ਸਨਮੁਖ ਉਡਤਾਵੇ। ਕੰਡੇ ਹੇੜੇ ਦੀ ਆਵਾਜ਼ ਦੇ ਉੱਤੇ ਹਿਰਨ ਦੌੜ ਕੇ ਚੱਲਦਾ। ਜਿਹੜੇ ਹਿਰਨ ਨੂੰ ਮਾਰਨ ਵਾਲੇ ਨੇ ਨਾ ਸ਼ਿਕਾਰੀ ਲੋਕ, ਉਹ ਹਿਰਨ ਨੂੰ ਉਸ ਦੀ ਆਵਾਜ਼, ਕੰਡੇ ਹੇੜੇ ਦੀ ਇੱਕ ਆਵਾਜ਼ ਹੁੰਦੀ ਹੈ, ਉਸ ਆਵਾਜ਼ ਦੇ ਉੱਤੇ ਉਹ ਇਤਨਾ ਮਸਤ ਹੋ ਜਾਂਦਾ ਹੈ। ਉਹ ਆਵਾਜ਼ ਨੂੰ ਉਨੀ ਚੰਗੀ ਲੱਗਦੀ ਹੈ, ਉਸ ਆਵਾਜ਼ ਦੇ ਸੁਣਦਿਆਂ ਹੀ ਉਹ ਉਸੇ ਪਾਸੇ ਦੌੜਨਾ ਸ਼ੁਰੂ ਕਰਦਾ ਜਿੱਧਰੋਂ ਆਵਾਜ਼ ਆ ਰਹੀ ਹੁੰਦੀ ਹੈ। ਇਹ ਤੁਸੀਂ ਕਿਸੇ ਵੇਲੇ ਦੇਖੋ ਨਾ, ਜਾਨਵਰ ਜਦੋਂ ਖਲੋਤੇ ਹੋਣ, ਕਿਸੇ ਵੇਲੇ ਜਾਂਦੇ ਤੁਰੇ ਜਾਂਦੇ ਹੋਣ, ਤੁਸੀਂ ਥੋੜਾ ਜਿਹਾ ਖੜਕਾ ਕਰੋ, 1 ਮਿੰਟ 'ਚ ਕੰਨ ਚੁੱਕ ਕੇ ਵੇਖਣਾ ਸ਼ੁਰੂ ਕਰ ਦੇਣੇ ਕਿੱਧਰੋਂ ਆਵਾਜ਼ ਆਈ ਹੈ। ਬਿਲਕੁਲ ਹੂ ਬਹੂ ਉਸੇ ਤਰ੍ਹਾਂ ਦੇ ਨਾਲ ਹਿਰਨ ਇੱਕਦਮ ਦੇਖਦਾ ਵੀ ਆਵਾਜ਼ ਕਿੱਧਰੋਂ ਆਈ ਹੈ। ਜਿਉਂ ਉਹ ਆਵਾਜ਼ ਸੁਣਦਾ, ਉਸ ਆਵਾਜ਼ ਵਾਲੇ ਪਾਸੇ ਜ਼ਬਰਦਸਤ ਤੇਜ਼ੀ ਨਾਲ ਦੌੜਦਾ। ਅੱਗੇ ਵਿਚਾਰੇ ਨੂੰ ਪਤਾ ਨਹੀਂ ਹੁੰਦਾ ਵੀ ਉਸ ਨੂੰ ਕੋਈ ਫੜਨ ਵਾਲਾ ਜਾਂ ਕੋਈ ਮਾਰਨ ਵਾਲਾ ਬੈਠਾ, ਇਹ ਵੱਖਰੀ ਗੱਲ ਹੈ, ਪਰ ਉਸ ਦਾ ਪਿਆਰ ਉਸ ਆਵਾਜ਼ ਦੇ ਨਾਲ। ਨਾਦ ਕੁਰੰਗ ਕੈ ਵਿਦਿਆ ਸਨਮੁਖ ਉਡਤਾਵੇ। ਚੌਥੀ ਉਦਾਹਰਨ,
ਕਹਿੰਦੇ ਨੇ ਭਵਰ ਲੋਭੀ ਕੁਸਮ ਬਾਸਿਕਾ ਮਿਲੇ ਆਪ ਬੰਧਾਵੇ। ਭਵਰਾ ਜਿਹੜਾ ਕਮਲ ਫੁੱਲ ਦੇ ਉੱਤੇ ਜਿਉਂ ਹੀ ਕਮਲ ਦਾ ਫੁੱਲ ਦਿਨ ਚੜ੍ਹਦਾ ਸਵੇਰੇ ਕਮਲ ਦੇ ਫੁੱਲ ਖਿਲ ਜਾਂਦੇ ਨੇ, ਸਾਰੇ ਦਿਨ ਖਿਲੇ ਰਹਿੰਦੇ ਨੇ। ਕਮਲ ਦੇ ਫੁੱਲ ਦੀ ਇਹ ਖਾਸੀਅਤ ਹੈ, ਜਿਉਂ-ਜਿਉਂ ਸੂਰਜ ਗਰੂਬ ਹੁੰਦਾ, ਜਿਉਂ-ਜਿਉਂ ਸੂਰਜ ਢਲਦਾ ਹੈ, ਤਿਉਂ-ਤਿਉਂ ਨਾਲ ਦੀ ਨਾਲ ਉਹ ਕਮਲ ਦਾ ਫੁੱਲ ਬੰਦ ਹੋਣਾ ਸ਼ੁਰੂ ਹੋ ਜਾਂਦਾ। ਕਹਿੰਦੇ ਨੇ ਉਹ ਭੌਰਾ ਮਸਤ ਹੋਇਆ ਕਮਲ ਦੇ ਫੁੱਲ ਦੇ ਉੱਤੇ ਉਸਦੀ ਖੁਸ਼ਬੂ ਦਾ, ਉਸਦੇ ਰਸ ਦਾ, ਮੁਕਦਾਨ ਰਸ ਨੂੰ ਚੂਸਦਾ ਹੋਇਆ ਉਹਦੇ ਉੱਤੇ ਇਤਨਾ ਮਸਤ ਹੋ ਕੇ ਬੈਠ ਜਾਂਦਾ ਹੈ, ਉੱਡਣਾ ਹੀ ਭੁੱਲ ਜਾਂਦਾ ਹੈ। ਰਾਤ ਨੂੰ ਕਮਲ ਦਾ ਫੁੱਲ ਬੰਦ ਹੋ ਜਾਂਦਾ ਹੈ, ਉਸ ਨੂੰ ਆਕਸੀਜਨ ਨਹੀਂ ਮਿਲਦੀ, ਹਵਾ ਨਹੀਂ ਮਿਲਦੀ। ਸਵੇਰੇ ਜਦੋਂ ਤੱਕ ਉਹ ਖੁੱਲ੍ਹਦਾ ਉਹ ਵਿਚਾਰਾ ਆਪਣਾ ਜੀਵਨ ਖਤਮ ਕਰ ਬੈਠਾ ਹੁੰਦਾ। ਪਰ ਦੂਜਾ ਭੌਰਾ ਇਹ ਨਹੀਂ ਵੀ ਉਹ ਦੇਖਦਾ ਵੀ ਉੱਥੇ ਮਰ ਗਿਆ ਤੇ ਮੈਂ ਉੱਥੇ ਨਾ ਜਾਵਾਂ। ਉਹ ਦੂਜਾ ਭੌਰਾ ਮਗਰੋਂ ਸਵੇਰੇ ਉੱਥੇ ਪਹੁੰਚਿਆ ਹੁੰਦਾ। ਤੇ ਸਤਿਗੁਰ ਪਾਤਸ਼ਾਹ ਜੀ ਨੇ 4 ਉਦਾਹਰਨਾਂ ਦੇ ਕੇ 5ਵੀਂ ਗੱਲ ਸਿੱਖ ਦੀ ਕੀਤੀ। ਕਹਿੰਦੇ ਜਿਉ ਮਛਲੀ ਫਿਰ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਗ ਕੇ ਵਿਦਿਆ ਸਨਮੁਖ ਉੜਧਾਵੈ, ਭਵਰ ਲੋਭੀ ਕੁਸੁਮ ਬਾਸਕਾ ਮੇਰੇ ਆਪ ਵਧਾਵੈ। ਤੇ ਸਤਿਗੁਰ ਪਾਤਸ਼ਾਹ ਜੀ ਨੇ 5ਵੀਂ ਗੱਲ ਸਿੱਖ ਦੀ ਕੀਤੀ। ਕਹਿੰਦਾ ਤੂੰ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਵਧਾ। ਕਹਿੰਦੇ ਨੇ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਪਿਆਰ ਵਾਲੇ ਜਿਹੜੇ ਨੇ ਨਾ, ਉਹ ਗੁਰੂ ਦੇ ਦਰਸ ਪ੍ਰਾਪਤ ਕਰਕੇ ਕਹਿੰਦੇ ਨੇ ਅਭਾਵ ਹੈ ਰੱਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਨੇ, ਆਨੰਦਿਤ ਹੋ ਜਾਂਦੇ, ਆਨੰਦੀ ਅਵਸਥਾ ਵਿੱਚ ਚਲੇ ਜਾਂਦੇ। ਤੇ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਨਾਲ ਜਿਹੜੇ ਗੁਰੂ ਕੇ ਸਿੱਖ ਨੇ ਨਾ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੱਖਾਂ ਮਨ ਹਰ ਪ੍ਰੀਤ ਹੈ, ਪ੍ਰੀਤ ਲਈ ਸੰਸਾਰ ਬੜਾ ਪਿਆ ਹੋਇਆ, ਪਰ ਉਹਨਾਂ ਦੇ ਮਨ ਵਿੱਚ ਪ੍ਰੀਤ ਹਰੀ ਦੀ ਪ੍ਰੀਤ ਹੈ, ਗੁਰੂ ਦੀ ਪ੍ਰੀਤ ਹੈ। ਤੇ ਗੁਰੂ ਆਪਣੀ ਗੁਰੂ ਨਾਲ ਪ੍ਰੀਤ ਕਰਦਾ ਹੈ। ਗੁਰੂ ਉਸ ਪ੍ਰੀਤ ਨੂੰ ਬਦਲੀ ਕਰਕੇ ਪਰਮੇਸ਼ਰ ਨਾਲ ਪ੍ਰੀਤ ਕਰਨ ਦੀ ਜਾਚ ਸਿਖਾ ਦਿੰਦਾ ਹੈ। ਤੇ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿਉਂਕਿ ਇਹ ਹਰੀ ਦੀ ਪ੍ਰੀਤ ਕਿੱਥੋਂ ਪ੍ਰਾਪਤ ਹੋਈ, ਉਹਨਾਂ ਨੂੰ ਕਿਵੇਂ ਮਿਲੀ ਹਰੀ ਦੀ ਪ੍ਰੀਤ? ਕਿਉਂਕਿ ਹਰੀ ਦੀ ਪ੍ਰੀਤ ਕਰਨ ਵਾਸਤੇ ਸਤਿਗੁਰ ਪਾਤਸ਼ਾਹ ਕਰ ਸੇਵੈ ਪੂਰਾ ਸਤਿਗੁਰੂ, ਜਿਹੜੇ ਆਪਣੇ ਸਤਿਗੁਰ ਨੂੰ ਪ੍ਰੀਤ ਕਰਦੇ ਨੇ ਉਹਨਾਂ ਨੂੰ ਹੀ ਹਰੀ ਦੀ ਪ੍ਰੀਤ ਪ੍ਰਾਪਤ ਹੁੰਦੀ ਹੈ। ਆਪਣੇ ਆਪ ਕੋਈ ਹਰੀ ਦੀ ਪ੍ਰੀਤ ਪ੍ਰਾਪਤ ਕਰਨ ਦੇ ਯੋਗ ਨਹੀਂ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਭੁੱਖ ਜਾਏ ਨਾ ਮੇਰੀ, ਕਹਿੰਦੇ ਨੇ ਉਸ ਬੰਦੇ ਦੀ ਭੁੱਖ ਉਤਰ ਜਾਂਦੀ ਹੈ। ਹੁਣ ਤੁਸੀਂ ਆਖੋਗੇ ਜੀ ਦਾ ਮਤਲਬ ਰੋਟੀ ਖਾਣ ਨੂੰ ਤਾਂ ਜੀ ਨਹੀਂ ਕਰਦਾ, ਕਿ ਰੋਟੀ ਨਹੀਂ ਖਾਂਦਾ? ਨਹੀਂ, ਪ੍ਰਸ਼ਾਦਾ ਛਕਦਾ ਪੂਰਾ, ਜਿਤਨਾ ਲੋੜ ਹੈ ਲੋੜ ਅਨੁਸਾਰ ਉਹ ਰੋਟੀ ਖਾਂਦਾ। ਲੋੜ ਅਨੁਸਾਰ ਸਾਰੀਆਂ ਚੀਜ਼ਾਂ ਜੋ ਕੁਝ ਵੀ ਵਰਤਣ ਵਾਲੀਆਂ ਨੇ ਜਿਤਨੀਆਂ ਉਸ ਦੀ ਲੋੜ ਹੈ ਉਹ ਵਰਤਦਾ। ਪਰ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਫਿਰ ਭੁੱਖ ਕਿਹੜੀ ਭੁੱਖ ਲੱਥੀ ਉਸਦੀ? ਹੁਣ ਭੁੱਖ ਦਾ ਕੋਈ ਇੱਕ ਰੂਪ ਨਹੀਂ ਜੇ, ਭੁੱਖ ਦੇ ਬਹੁਤ ਰੂਪ ਨੇ। ਇੱਕ ਤੇ ਉਹ ਭੁੱਖ ਹੈ ਜਿਹੜੀ ਸਾਨੂੰ ਪੇਟ ਨੂੰ ਸੀ ਕਹਿੰਦਾ ਜੀ ਮੈਨੂੰ ਭੁੱਖ ਲੱਗੀ ਹੈ ਤੇ ਖਾਣ ਨੂੰ ਬੰਦਾ ਲੋਚਦਾ। ਇਸੇ ਕਰਕੇ ਸਤਿਗੁਰ ਪਾਤਸ਼ਾਹ ਜੀ ਨੇ ਜਿਹੜੀਆਂ ਦੂਜੀਆਂ ਭੁੱਖਾਂ ਨੇ ਉਹਨਾਂ ਦਾ ਜ਼ਿਕਰ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਾਣੀ ਵਿੱਚ ਕੀਤਾ ਹੈ। ਮਨ ਭੁੱਖਾ ਮਤ ਕਰੇ, ਮਤ ਤੂੰ ਕਰੇ ਪੁਕਾਰ। ਕਹਿੰਦੇ ਨੇ ਤੂੰ ਬਾਕੀ ਦੀਆਂ ਭੁੱਖਾਂ ਵਾਸਤੇ ਪੁਕਾਰ ਨਾ ਕਰਦਾ ਫਿਰ, ਕਿਉਂਕਿ ਉਹ ਬਾਕੀ ਦੀਆਂ ਭੁੱਖਾਂ ਜਿਹੜੀਆਂ ਤੈਨੂੰ ਲੱਗੀਆਂ ਹੋਈਆਂ ਨੇ ਉਹ ਭੁੱਖਾਂ ਤੇਰੇ ਜੀਵਨ ਨੂੰ ਬਰਬਾਦ ਕਰਨ ਵਾਲੀਆਂ ਨੇ। ਉਹਨਾਂ ਭੁੱਖਾਂ ਦੇ ਵਿੱਚੋਂ ਬੰਦੇ ਨੂੰ ਬੜੀ ਲਾਲਸਾ ਹੈ, ਮੇਰੀ ਮਾਨਤਾ ਹੋਵੇ, ਮੇਰੀ ਗੱਲ ਚੱਲੇ। ਇਹ ਹਉਮੈ ਦੀ ਭੁੱਖ ਹੈ ਨਾ, ਇਸ ਭੁੱਖ ਨੂੰ ਹਉਮੈ ਦੀ ਭੁੱਖ ਕਹਿੰਦੇ ਨੇ, ਬੜੀ ਸੂਖਮ ਭੁੱਖ ਹੈ। ਇਸੇ ਤਰ੍ਹਾਂ ਦੇ ਨਾਲ ਹੋਰ ਅਨੇਕਾਂ ਪ੍ਰਕਾਰ ਦੇ ਪਦਾਰਥਾਂ ਦੀਆਂ ਭੁੱਖਾਂ ਤੇ ਤੁਸੀਂ ਸਾਰੇ ਜਾਣਦੇ ਹੋ। ਇਹ ਭੁੱਖ ਇੱਕ ਸੂਖਮ ਭੁੱਖ ਹੈ, ਮੈਂ ਤੇ ਮੇਰੀ ਦੀ ਭੁੱਖ। ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹਦੇ ਵਾਸਤੇ ਫਿਰ ਬੰਦਾ ਕਿਤਨੇ ਅਨਰਥ ਕਰਦਾ ਹੈ। ਤੁਹਾਡੇ ਸਾਹਮਣੇ ਅੱਜ ਤੁਸੀਂ ਅੱਜ ਦੇ ਹਿਸਾਬ ਦੇ ਨਾਲ ਉਹ ਸਾਰੀਆਂ ਗੱਲਾਂ ਵੇਖ ਸਕਦੇ ਹੋ, ਤੁਹਾਨੂੰ ਵੇਖਣ ਪੜ੍ਹਨ ਨੂੰ ਸੁਣਨ ਨੂੰ ਮਿਲਦੀਆਂ ਨੇ। ਕਿਤਨੇ ਅਨਰਥ ਬੰਦਾ ਕਰਦਾ ਉਹਦੇ ਵਾਸਤੇ। ਪਰ ਕਿਉਂ ਕਰਦਾ ਹੈ? ਕਿਉਂਕਿ ਅੰਦਰ ਇੱਕ ਭੁੱਖ ਹੈ, ਉਸ ਲਾਲਸਾ ਨੂੰ, ਉਸ ਭੁੱਖ ਨੂੰ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰੀਤ ਪ੍ਰਾਪਤ ਹੋ ਜਾਏ, ਰੱਬ ਦੀ ਪ੍ਰੀਤ ਪ੍ਰਾਪਤ ਹੋ ਜਾਏ, ਗੁਰੂ ਜਿਨ੍ਹਾਂ ਨੂੰ ਆਪਣੇ ਜਿਹੜੇ ਗੁਰੂ ਨਾਲ ਪ੍ਰੀਤ ਕਰਦੇ ਨੇ, ਗੁਰੂ ਉਹਨਾਂ ਨੂੰ ਰੱਬ ਦੀ ਪ੍ਰੀਤ ਵਿੱਚ ਪ੍ਰਗਟ ਕਰਦਾ, ਉਹਦੇ ਨਾਲ ਮਿਲਾ ਦਿੰਦਾ, ਉਸ ਪ੍ਰੀਤ ਵਿੱਚ ਬਦਲੀ ਕਰ ਦਿੰਦਾ ਉਹਨਾਂ ਨੂੰ। ਤੇ ਫਿਰ ਉਹਦੇ ਨਾਲ ਕੀ ਹੁੰਦਾ? ਗੁਰੂ ਤੇ ਪਰਮੇਸ਼ਰ ਮਿਲ ਕੇ ਉਸ
ਸਿੱਖ ਦੇ ਉਸ ਬੰਦੇ ਦੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਗੁਰਸਿੱਖਾਂ ਦੀ ਇਹ ਜਿਹੜੀ ਸੀ ਨਾ ਕਿ ਨਾ ਗੁਰਸਿੱਖਾਂ ਕੀ ਭੁੱਖ ਸਭ ਗਈ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਭੁੱਖ ਜਿਹੜੀ ਹੈ ਉਹ ਨਹੀਂ ਵਿਆਪਦੀ। ਹਾਂ, ਇਹ ਨਹੀਂ ਵੀ ਉਹਦੇ ਸਰੀਰ ਦੀ ਲੋੜਾਂ ਖਤਮ ਹੋ ਜਾਂਦੀਆਂ ਨੇ, ਸਰੀਰ ਦੀਆਂ ਲੋੜਾਂ ਆਪਣੀ ਥਾਂ ਤੇ ਪੂਰਤੀ ਕਰਦਾ ਹੈ। ਜਿਹੜੀਆਂ ਜਿਹੜੀਆਂ ਉਸ ਦੀਆਂ ਜ਼ਰੂਰਤ ਦੀਆਂ ਲੋੜਾਂ ਨੇ ਉਹਨਾਂ ਨੂੰ ਪ੍ਰਾਪਤ ਕਰਕੇ ਉਹ ਆਪਣਾ ਜੀਵਨ ਨਿਰਵਾਹ ਕਰਦਾ ਹੈ। ਪਰ ਉਸ ਤੋਂ ਅੱਗੇ ਜਿਹੜੀਆਂ ਭੁੱਖਾਂ ਦੇ ਨਾਲ, ਜਿਸ ਭੁੱਖ ਦੇ ਨਾਲ ਉਸ ਦਾ ਜੀਵਨ ਬਰਬਾਦ ਹੋ ਰਿਹਾ ਸੀ, ਜੀਵਨ ਦੇ ਵਿੱਚੋਂ ਸੁਗੜ ਸਿਆਣੇ ਬਣਨ ਵਾਲੇ ਗੁਣ ਖਾਰਜ ਹੋ ਰਹੇ ਸਨ, ਉਹ ਗੁਣ ਜਿਹੜੇ ਸਨ ਉਹ ਮੁਨਫੀ ਹੋ ਰਹੇ ਸਨ, ਨਿਕਲ ਰਹੇ ਸਨ, ਉਹਨਾਂ ਗੁਣਾਂ ਤੋਂ ਖਾਲੀ ਹੁੰਦਾ ਤੁਰਿਆ ਜਾ ਰਿਹਾ ਸੀ। ਜਿਹਨੂੰ ਪਹਿਲੇ ਸ਼ਬਦ ਦੇ ਪਹਿਲੇ ਹਿੱਸੇ ਚ ਆਖਿਆ, ਜਿਨ੍ਹਾਂ ਅੰਤਰ ਹਰ ਹਰ ਪੀਤ ਹੈ ਤੇ ਜਨ ਸੁਗੜ ਸਿਆਣੇ ਬਣਾਉਣ ਵਾਲੇ ਜਿਹੜੇ ਗੁਣ ਸਨ ਉਹਦੇ ਵਿੱਚੋਂ ਨਿਕਲਦੇ ਤੁਰੇ ਜਾ ਰਹੇ ਨੇ। ਤੇ ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਫਿਰ ਉਸ ਤਰੀਕ ਚੋਂ ਬਚਿਆ ਕੀ, ਰਿਹਾ ਕੀ ਪ੍ਰਾਪਤ ਕੀਤਾ, ਕਿਹੜੀ ਚੀਜ਼ ਸੀ ਜਿਹੜੀ ਉਸ ਨੂੰ ਮਿਲੀ। ਜੀਵਨ ਕਿਦਾਂ ਸੁਖੀ ਹੋਵੇ ਤੇ ਕਿਦਾਂ ਜੀਵਨ ਦੇ ਵਿੱਚ ਖੁਸ਼ੀ ਹੋਵੇ, ਕਿਉਂਕਿ ਜੀਵਨ ਦੇ ਵਿੱਚ ਖੁਸ਼ੀ ਲਿਆਉਣ ਵਾਸਤੇ ਕਹਿੰਦੇ ਨੇ ਉਹ ਸਿਆਣਪ ਤੇ ਉਹ ਸੁਗੜਤਾ ਚਾਹੀਦੀ ਸੀ। ਉਹ ਦੋਵੇਂ ਵਿੱਚੋਂ ਚਲੀਆਂ ਗਈਆਂ। ਕਿਉਂਕਿ ਪ੍ਰੀਤ ਗੁਰੂ ਨਾਲ ਨਾ ਕਰ ਸਕਿਆ, ਰੱਬ ਨਾਲ ਨਾ ਕਰ ਸਕਿਆ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਨੇ ਇਹ ਪ੍ਰੀਤ ਕੀਤੀ, ਗੁਰੂ ਦੀ ਪ੍ਰੀਤ ਤੇ ਰੱਬ ਦੀ ਪ੍ਰੀਤ ਵਿੱਚੋਂ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਾਰੀਆਂ ਭੁੱਖਾਂ ਮਾਲਕ ਨੇ ਨਫੀ ਕਰ ਦਿੱਤੀਆਂ, ਬਾਹਰ ਕਰ ਦਿੱਤੀਆਂ, ਇਹਨਾਂ ਭੁੱਖਾਂ ਤੋਂ ਉੱਪਰ ਕਰ ਦਿੱਤਾ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਗੁਰਸਿੱਖਾਂ ਕੀ ਭੁੱਖ ਸਭ ਗਈ, ਤਿੰਨ ਪਿੱਛੇ ਹੋਰ ਖਾਏ ਗਏ। ਫਿਰ ਉਹਨਾਂ ਨੂੰ ਵੇਖ ਕੇ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਅੰਦਰ ਆਖਿਆ, ਕਹਿੰਦੇ ਉਹਨਾਂ ਨੂੰ ਵੇਖ ਕੇ ਬਾਕੀਆਂ ਦਾ ਮਨ ਵੀ ਕਰਦਾ। ਇਹ ਸਤਸੰਗਤ ਦਾ ਵਿਧਾਨ ਸਤਿਗੁਰ ਪਾਤਸ਼ਾਹ ਜੀ ਨੇ ਇਸੇ ਕਰਕੇ ਬਣਾਇਆ ਵੀ ਤਾਂ ਕਿ ਅਸੀਂ ਇੱਕ ਦੂਜੇ ਨੂੰ ਵੇਖ ਕੇ, ਸਤਿਗੁਰ ਪਾਤਸ਼ਾਹ ਦੇ ਪਵਿੱਤਰ ਬਚਨ ਤੁਸੀਂ ਪੜ੍ਹਦੇ ਹੋ, ਰਾਮ ਜਪੋ ਜੀ ਐਸੇ ਵੀ ਇਸ ਤਰ੍ਹਾਂ ਜਪੋ। ਤੇ ਹੁਣ ਸਵਾਲ ਆ ਗਿਆ ਜੀ ਕਿਸ ਤਰ੍ਹਾਂ ਜਪੀਏ। ਦੇਖੋ ਨਾ, ਇਹ ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਰਾਮ ਜਪੋ ਜੀ ਐਸੇ ਇਦਾਂ ਜਪ। ਉਹ ਕਹਿੰਦਾ ਜੀ ਕਿਸ ਤਰ੍ਹਾਂ ਜਪਾਂ, ਤੇ ਨਾਲ ਹੀ ਅੱਗੇ ਕਹਿ ਦਿੱਤਾ, ਕਹਿੰਦੇ ਨੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਜਿੱਦਾਂ ਧਰੂ ਨੇ ਜਪਿਆ, ਜਿੱਦਾਂ ਪ੍ਰਹਿਲਾਦ ਨੇ ਜਪਿਆ, ਨਾਲ ਦੱਸ ਦਿੱਤਾ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਵੀ ਇਸ ਪ੍ਰੀਤ ਵਿੱਚੋਂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਇਹ ਗੱਲ ਸਾਨੂੰ ਸਮਝਾਈ ਸਤਿਗੁਰ ਪਾਤਸ਼ਾਹ ਜੀ, ਤਿੰਨ ਪਿੱਛੇ ਹੋਰ ਖਾਏ ਹਨੇਰੀ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਵੇਖ ਕੇ ਬਾਕੀਆਂ ਨੂੰ ਵੀ ਜੀ ਕਰਦਾ, ਬਾਕੀਆਂ ਦਾ ਵੀ ਮਨ ਕਰਦਾ ਮੈਂ ਵੀ ਇਸ ਤਰ੍ਹਾਂ ਦੇ ਨਾਲ ਵੀ ਜੇ ਇਸ ਨੂੰ ਇਤਨੀ ਸ਼ਾਂਤੀ ਪ੍ਰਾਪਤ ਹੋ ਗਈ ਹੈ, ਇਹ ਇਤਨਾ ਸੁਗੜ ਬਣ ਗਿਆ, ਇਹ ਇਤਨਾ ਸਿਆਣਾ ਬਣ ਗਿਆ, ਇਹਨੂੰ ਇਤਨਾ ਮਨ ਦਾ ਟਿਕਾ ਪ੍ਰਾਪਤ ਹੋ ਗਿਆ, ਇਹਦਾ ਮਨ ਇਤਨਾ ਠਹਿਰਿਆ ਹੋਇਆ, ਇਹ ਆਪਣੇ ਜੀਵਨ ਦੇ ਵਿੱਚ ਇਤਨਾ ਸੈਟੀਸਫਾਈਡ ਹੈ, ਇਤਨਾ ਜੀਵਨ ਦੇ ਵਿੱਚ ਆਪਣਾ ਖੁਸ਼ ਹੈ, ਤੇ ਇਹ ਖੁਸ਼ੀ ਇਹਨੂੰ ਪ੍ਰਾਪਤ ਹੈ, ਮੈਨੂੰ ਕਿਉਂ ਨਹੀਂ ਮਿਲ ਸਕਦੀ। ਬੰਦਾ ਕੋਸ਼ਿਸ਼ ਕਰਦਾ ਹੈ ਨਾ, ਅਸੀਂ ਬਾਕੀ ਦੇ ਕੰਮ ਵੀ ਜਿਹੜੇ ਨੇ ਅਸੀਂ ਇਸੇ ਤਰ੍ਹਾਂ ਦੇ ਨਾਲ ਸੰਸਾਰ 'ਚ ਕਰਦੇ ਹਾਂ ਵੀ ਬਾਕੀ ਇਹ ਮਿਹਨਤ ਕਰਕੇ ਇਹ ਬਣ ਸਕਦਾ ਹੈ, ਮਿਹਨਤ ਕਰਕੇ ਆਹ ਕਰ ਰਿਹਾ ਤੇ ਮੈਨੂੰ ਵੀ ਪ੍ਰਾਪਤ ਹੋ ਸਕਦਾ, ਮੈਂ ਵੀ ਕਰ ਸਕਦਾ। ਭਾਵ ਕਿ ਇੱਕ ਦੂਜੇ ਤੋਂ ਪ੍ਰੇਰਨਾ ਮਿਲਦੀ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਤੁਸੀਂ ਵਚਨ ਪਵਿੱਤਰ ਸ਼ਬਦ ਪੜ੍ਹਿਆ ਹੋਵੇਗਾ ਬੜੀ ਵਾਰੀ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਦਰਸ਼ਨ ਪਿਆਸੀ ਦਿਨ ਸ਼ਰਾਬ ਚਿਤਵੋ ਅੰਤਰ ਨੀਤ, ਗੁਰੂ ਪੰਜਵੇਂ ਪਾਤਸ਼ਾਹ ਦਾ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗੀਤ। ਸ਼ਾਂਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ। ਇਸੇ ਪਵਿੱਤਰ ਸ਼ਬਦ ਵਿੱਚ ਇੱਕ ਪੰਕਤੀ ਆਉਂਦੀ ਹੈ, ਕਿਉਂਕਿ ਬੜਾ ਲੰਬਾ ਸ਼ਬਦ ਹੈ, ਪੂਰਾ ਸ਼ਾਂਤ ਹੈ, 4 ਵਿਸ਼ੇ। ਇਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਕਹਿੰਦੇ ਤਿਨਾ ਦੇਖ ਮਨ ਚਾਓ ਅਠੰਡਾ ਹੋਂ ਕਦ ਪਾਈ ਗੁਣ ਤਾਸਾ। ਕਹਿੰਦੇ ਨੇ ਮੈਨੂੰ ਉਹਨਾਂ ਨੂੰ ਵੇਖ ਕੇ ਮੇਰੇ ਵੀ ਮਨ ਵਿੱਚ ਚਾਅ ਪੈਦਾ ਹੋ ਗਿਆ, ਜਿਹੜੇ ਮਾਲਕ ਜੀ ਤੈਨੂੰ ਪਿਆਰ ਕਰਦੇ ਸੀਗੇ, ਤੇਰੇ ਨਾਲ ਪਿਆਰ ਰੱਖਦੇ ਸੀਗੇ, ਤੇਰੇ ਨਾਲ ਸੰਬੰਧ ਰੱਖਦੇ ਸੀ। ਜਦੋਂ ਮੈਂ ਵੇਖਿਆ ਵੀ ਉਹਨਾਂ ਦੇ ਮਨ 'ਚ ਕਿਤਨਾ ਸਕੂਨ ਹੈ, ਉਹ ਕਿਤਨੇ ਖੁਸ਼ ਨੇ, ਉਹ ਹਮੇਸ਼ਾ ਕਿਤਨੇ ਆਨੰਦ ਵਿੱਚ ਨੇ, ਕਿਤਨੇ ਖੇੜੇ ਵਿੱਚ ਨੇ। ਭਗਤਾਂ ਸਦਾ ਵਿਗਾਸ, ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ, ਉਹ ਸਦਾ ਖੁਸ਼ੀ ਵਿੱਚ ਨੇ। ਮਹਾਰਾਜ ਜਦੋਂ ਉਹਨਾਂ ਨੂੰ ਬੰਦਾ ਵੇਖਦਾ, ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ, ਕਹਿੰਦੇ ਤਿਨਾਂ ਦੇਖ ਮਨ ਚਾਅ ਉੱਠਦਾ, ਕਹਿੰਦਾ ਮੇਰੇ ਮਨ ਵਿੱਚ ਚਾਅ ਉੱਠਿਆ। ਹੁਣ ਕਦ ਪਾਈ ਗੁਣ ਤਾਸਾ, ਮੈਂ ਕਦੋਂ ਉਹ ਗੁਣ ਪ੍ਰਾਪਤ ਕਰਾਂ ਜਿਨ੍ਹਾਂ ਗੁਣਾਂ ਨੂੰ ਪ੍ਰਾਪਤ ਕਰਕੇ ਇਹਨਾਂ ਨੇ ਇਹ ਅਵਸਥਾ ਪ੍ਰਾਪਤ ਕੀਤੀ।
ਹੁਣ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ ਇਸ ਤਰ੍ਹਾਂ ਦੇ ਨਾਲ ਗੁਰਸਿੱਖ ਜਿਹੜੇ ਨੇ ਇਹ ਲਾਗ ਦੂਜਿਆਂ ਨੂੰ ਵੀ ਲਾਉਂਦੇ ਨੇ। ਉਹ ਆਪ ਇਸ ਦੇ ਪ੍ਰਾਪਤ ਕਰਕੇ ਸਹਿਜ ਦੀ ਅਵਸਥਾ, ਆਨੰਦ ਦੀ ਅਵਸਥਾ, ਖੁਸ਼ੀ ਦੀ ਅਵਸਥਾ ਵਿੱਚ ਚਲੇ ਜਾਂਦੇ ਨੇ। ਤੇ ਜਿਹੜਾ ਉਹਨਾਂ ਦੇ ਨਾਲ ਉਹਨਾਂ ਨੂੰ ਵੇਖਦਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰਸਿੱਖਾਂ ਨੂੰ ਵੇਖਣ ਵਾਲਾ ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਹੋਰ ਖਾਏ ਕਨੇਰੀ। ਉਹਨਾਂ ਨੂੰ ਵੇਖ ਕੇ ਬਾਕੀ ਦੇ ਵੀ ਉਸੇ ਰਾਹ ਟੁਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਉਹਦੇ ਨਾਲ ਉਹਨਾਂ ਦਾ ਵੀ ਪਾਤਕਾਰਾ ਹੁੰਦਾ। ਤੇ ਅਗਲੀ ਪੰਕਤੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ, ਜਨ ਨਾਨਕ ਹਰ ਪੁਨ ਬੀਜਿਆ ਫਿਰ ਤੋੜ ਨਾ ਆਵੇ ਹਰ ਪੁਨ ਕੇ। ਕਹਿੰਦੇ ਨੇ ਇਹ ਅਸਲ ਪੁੰਨ ਹੈ ਜਿਹੜਾ ਉਹ ਬੀਜਦੇ ਨੇ, ਇਹ ਪੁੰਨ ਹੈ। ਕਿਉਂਕਿ ਕਿਸੇ ਦੇ ਜੀਵਨ ਨੂੰ ਬਦਲੀ ਕਰ ਦੇਣਾ, ਕਿਸੇ ਦੇ ਜੀਵਨ ਵਿੱਚ ਖੁਸ਼ੀ ਪੈਦਾ ਕਰ ਦੇਣੀ। ਕੋਈ ਚੀਜ਼ ਤੁਸੀਂ ਕਿਸੇ ਨੂੰ ਦੇ ਰਹੇ ਹੋ, ਉਹਨੂੰ ਦੇਣ ਦੇ ਨਾਲ ਉਹਦਾ ਕੰਮ ਸਰ ਜਾਏਗਾ, ਐਸੀ ਗੱਲ ਨਹੀਂ। ਉਹਦੀ ਲੋੜ ਪੂਰੀ ਹੋ ਜਾਏਗੀ। ਅੱਜ ਉਸਦੀ ਲੋੜ ਪੂਰੀ ਹੋ ਜਾਏਗੀ, ਕੱਲ ਨੂੰ ਵਿਚਾਰਾ ਫਿਰ ਉਸ ਤਰ੍ਹਾਂ ਮੁਸਤਫਾ। ਇੱਕ ਬੰਦਾ ਭੁੱਖਾ ਹੈ, ਇਹ ਤੁਸੀਂ ਵੇਖਦੇ ਹੋ ਸੜਕਾਂ ਦੇ ਖਲੋਤੇ ਹੋਏ ਤੁਹਾਡੇ ਸਾਹਮਣੇ ਨਜ਼ਰੀ ਆਉਂਦੇ ਨੇ। ਅੱਜ ਤੁਸੀਂ ਦੇ ਦਿੱਤਾ, ਕੱਲ ਨੂੰ ਫਿਰ ਉਹਦੇ ਖੜੇ ਹੁੰਦੇ ਨੇ, ਹਫ਼ਤੇ ਬਾਅਦ ਫਿਰ ਦੇਖੋ ਫਿਰ ਖੜੇ ਹੁੰਦੇ ਨੇ। ਕਿਉਂਕਿ ਅੱਜ ਦੀ ਲੋੜ ਪੂਰੀ ਹੋ ਗਈ ਹੈ, ਕੱਲ ਨੂੰ ਫਿਰ ਚਾਹੀਦਾ, ਪਰਸੋਂ ਫਿਰ ਚਾਹੀਦਾ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ ਇਹ ਗੁਰਸਿੱਖ ਜਿਹੜੇ ਨੇ, ਕਹਿੰਦੇ ਨੇ ਜਿਹੜਾ ਆਹ ਪੁੰਨ ਬੀਜਿਆ ਇਹਨਾਂ ਨੇ, ਇਸ ਪੁੰਨ ਦੇ ਨਾਲ ਫਿਰ ਤੋੜ ਨਾ ਆਵੇ ਹਰ ਪੁੰਨ ਕੇਰੀ। ਕਿਉਂਕਿ ਇਸ ਪੁੰਨ ਨੇ, ਇਸ ਚੀਜ਼ ਨੇ, ਜਿਹੜਾ ਇਹ ਚੀਜ਼ ਇਹਨਾਂ ਨੇ ਬੀਜੀ ਹੈ, ਜਿਹੜੀ ਇਹ ਦਾਤ ਪ੍ਰਾਪਤ ਹੋਈ ਹੈ, ਇਹਦੇ ਨਾਲ ਇਹਨਾਂ ਨੇ ਉਹਦਾ ਜੀਵਨ ਬਦਲੀ ਕਰ ਦਿੱਤਾ। ਹੁਣ ਉਹਨਾਂ ਵਿੱਚੋਂ ਜਿਹੜਾ ਕੋਈ ਮੰਗਤਾ ਕਿਸੇ ਕਾਰਨ ਕਰਕੇ, ਕਿਸੇ ਮਜਬੂਰੀ ਕਰਕੇ ਸੜਕ ਤੇ ਚਲਾ ਗਿਆ, ਮੰਗਣ ਲਈ ਚਲਾ ਗਿਆ, ਮੰਗਣ ਲੱਗ ਪਿਆ। ਜੇ ਕੋਈ ਬੰਦਾ ਉਸ ਬੰਦੇ ਨੂੰ ਸਮਝਾ ਕੇ ਜਾਂ ਉਸ ਦੀ ਮਦਦ ਕਰਕੇ, ਇਹ ਨਹੀਂ ਮੈਂ ਕਹਿੰਦਾ ਵੀ ਉਸ ਦੀ ਸਰੀਰਕ ਮਜਬੂਰੀ ਵੱਖਰੀ ਹੈ, ਪਰ ਕਿਸੇ ਵੇਲੇ ਕੋਈ ਆਮ ਤੌਰ ਉੱਤੇ ਐਸਾ ਵੀ ਵੇਖਿਆ ਜਾਂਦਾ ਹੈ, ਕਈਆਂ ਨੂੰ ਜ਼ਬਰਦਸਤੀ ਵੀ ਇਸ ਪਾਸੇ ਪਾਇਆ ਜਾਂਦਾ ਹੈ, ਧੋਖੇ ਨਾਲ ਵੀ ਪਾਇਆ ਜਾਂਦਾ ਹੈ। ਬੜੀਆਂ ਐਸੀਆਂ ਕਹਾਣੀਆਂ ਤੁਹਾਡੇ ਸਾਹਮਣੇ ਵੇਖਣ ਸੁਣਨ ਨੂੰ ਮਿਲ ਜਾਂਦੀਆਂ। ਪਰ ਜੇ ਇਸ ਪ੍ਰਕਾਰ ਦੇ ਕਿਸੇ ਬੱਚੇ ਨੂੰ, ਮੈਂ ਇੱਕਦਮ ਮੇਰੇ ਧਿਆਨ ਵਿੱਚ ਇੱਕ ਬਹੁਤ ਪ੍ਰਸਿੱਧ ਰਾਗੀ ਸਿੰਘ ਦਾ ਨਾਮ ਚੇਤੇ ਆ ਗਿਆ। 14 ਸਾਲ ਲਗਾਤਾਰ ਉਸਨੇ ਵਿਦਿਆ ਪ੍ਰਾਪਤੀ ਵਾਸਤੇ ਲਾਏ ਸਨ। ਭਾਈ ਸੁਰਜੀਤ ਸਿੰਘ ਜੀ ਉਹਨੂੰ ਨਾਲ ਕਹਿੰਦੇ ਸਨ 70 ਨੇਤਰਹੀਣ ਸੀ। ਉਹਦਾ ਨਾਮ ਸੀ ਭਾਈ ਸੁਰਜੀਤ ਸਿੰਘ 70। ਉਹਨੂੰ 70 ਸਫੇ ਪਹਿਲੇ ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੀ ਜ਼ਬਾਨੀ ਯਾਦ ਸੀ। ਬਾਣੀ ਤਾਂ ਉਹਨੂੰ ਬਹੁਤ ਯਾਦ ਕਰਨੀ ਸੀ, ਪਰ ਜਦੋਂ ਤੱਕ ਉਹਨੂੰ 70 ਸਫੇ ਯਾਦ ਸਨ ਤੇ ਉਹਨੂੰ ਉਦੋਂ ਨਾ ਹੀ 70 ਪਾਤਾ ਉਹਨੇ। ਭਾਈ ਸੁਰਜੀਤ ਸਿੰਘ ਨੂੰ 70 ਹੀ ਕਹਿੰਦੇ ਸਨ ਸਾਰੇ। ਮੈਂ ਉਹਨਾਂ ਦਾ ਕੀਰਤਨ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਔਰ ਇਤਨਾ ਸੁਰੀਲਾ ਕੀਰਤਨ ਕਰਦੇ ਸਨ, ਪਰ ਉਹਨਾਂ ਨੂੰ ਇਹ ਕੀਰਤਨ ਦੀ ਦਾਤ, ਗੁਰਬਾਣੀ ਪੜ੍ਹ ਕੇ ਸੁਣਾਉਣ ਦੀ ਦਾਤ ਔਰ ਇਹ ਅਦਬ ਤੇ ਸਤਿਕਾਰ ਸਾਰਾ ਜਿਹੜਾ ਉਹਨਾਂ ਨੂੰ ਮਿਲਿਆ, ਕਿੱਦਾਂ ਮਿਲਿਆ ਤੁਸੀਂ ਹੈਰਾਨ ਹੋਵੋਗੇ। ਉਹ ਬੰਦਾ ਟ੍ਰੇਨ ਦੇ ਵਿੱਚ ਠੀਕਰੀਆਂ ਵਜਾ ਕੇ ਗਾਉਂਦਾ ਸੀ ਬਚਪਨ ਦੇ ਵਿੱਚ। ਤੇ ਉੱਥੇ ਇੱਕ ਉਸਤਾਦ, ਉਹ ਵੀ ਨੇਤਰਹੀਣ, ਕੀਰਤਨ ਕਰਨ ਵਾਲੇ, ਕੀਰਤਨ ਸਿਖਾਉਣ ਵਾਲੇ, ਬਾਗਾਂ ਵਾਲੇ ਦੇ ਨਾਲ ਬਿਲਕੁਲ ਮੁਰੰਡੇ ਦੇ ਕੋਲ ਇੱਕ ਵਿਦਿਆਲਾ ਹੁੰਦਾ ਸੀ, ਉੱਥੇ ਉਹ ਸਿਖਾਉਂਦੇ ਹੁੰਦੇ ਸੀ। ਬੜੀ ਪੁਰਾਣੀ ਗੱਲ। ਉਸ ਥਾਂ ਦੇ ਉੱਤੇ ਉਹ ਸਿਖਾਉਣ ਵਾਲੇ, ਉਹ ਉਸਤਾਦ, ਜਿਨ੍ਹਾਂ ਕੋਲ ਭਾਈ ਅਮਰੀਕ ਸਿੰਘ ਜੀ ਦੇ ਵੀ, ਜਿਨ੍ਹਾਂ ਦੇ ਸ਼ਾਗਿਰਦ ਸਨ, ਜਿਹੜੇ ਦਰਬਾਰ ਸਾਹਿਬ ਦੇ 1984 ਵਿੱਚ ਸ਼ਹੀਦ ਹੋ ਗਏ ਸਨ, ਉਹ ਵੀ ਨੇਤਰਹੀਣ ਸਨ। ਇਹ ਉਹਨਾਂ ਦੀ ਗੁਰਭਾਈ ਸਨ। ਉਹਨਾਂ ਨੇ ਸੁਣਿਆ ਵੀ ਇਹ ਬੱਚਾ ਬੜਾ ਸੁਰੀਲਾ ਗਾ ਰਿਹਾ, ਕੌਣ ਹੈ? ਤੇ ਉਹਨਾਂ ਨੇ ਨਾਲ ਜਿਹੜੇ ਵਿਦਿਆਰਥੀ ਜਿਹੜੇ ਸਨ, ਸੁਜਾਕੇ ਹੁੰਦੇ ਸਨ, ਉਹਨਾਂ ਨੇ ਕਿਹਾ ਉਹਨੂੰ ਬੁਲਾ ਲਿਆ। ਉਹਨਾਂ ਨੂੰ ਬੁਲਾ ਲਿਆ, ਉਹਨਾਂ ਨੂੰ ਬੁਲਾ ਕੇ ਉਸ ਬੱਚੇ ਨੂੰ ਆਪਣੇ ਕੋਲ ਬਿਠਾ ਲਿਆ। ਕਹਿਣ ਲੱਗੇ ਤੈਨੂੰ ਕਿੰਨੇ ਪੈਸੇ ਮਿਲ ਜਾਂਦੇ ਨੇ? ਉਹਨੇ ਆਪਣਾ ਦੱਸਿਆ ਜਿਹਨੇ। ਕਹਿੰਦੇ ਵੀ ਤੈਨੂੰ ਰੋਟੀ ਕੱਪੜਾ ਵੀ ਤੈਨੂੰ ਦੇਵਾਂਗੇ, ਖਾਣ ਵਾਸਤੇ ਵੀ ਦੇਵਾਂਗੇ, ਪੈਸੇ ਵੀ ਮੈਂ ਤੁਹਾਨੂੰ ਦੇਵਾਂਗਾ। ਉਹਨੂੰ ਲਾਲਚ ਲੂਲਚ ਦਿੱਤਾ, ਲੈ ਗਏ ਉਹਨੂੰ ਆਪਣੇ ਨਾਲ ਲਿਜਾ ਕੇ ਕੀਰਤਨ ਦੀ ਦਾਤ ਦੇਣ ਵਾਸਤੇ। ਦੇਖੋ ਉਹ ਬੱਚਾ ਜਿਹੜਾ ਸੀ ਨੇਤਰਹੀਣ ਸੀਗਾ, ਉਸ ਬੱਚੇ ਨੂੰ ਨਾਲ ਲੈ ਗਏ, ਠੀਕਰੀਆਂ ਵਜਾ ਕੇ ਗਾਉਂਦਾ ਹੈ। ਹੁਣ ਜਿਸ ਨੂੰ ਮੰਗ ਖਾਣ ਦੀ ਆਦਤ ਹੋਵੇ, ਉਹ ਬੰਦਾ ਕਿੱਥੇ ਰੁਕਦਾ? ਉਹ
ਥੋੜੇ ਦਿਨ ਉੱਥੇ ਰੁਕਿਆ ਤੇ ਫਿਰ ਭੱਜ ਗਿਆ। ਕੋਈ 5-4 ਮਹੀਨੇ ਬਾਅਦ ਫਿਰ ਉਹ ਟ੍ਰੇਨ 'ਚ ਸਫ਼ਰ ਕਰਦੇ ਸੀ, ਉਹ ਫਿਰ ਉਹ ਠੀਕ ਰਿਹਾ ਵਜਾਦਾ ਆ ਗਿਆ। ਉਹਨਾਂ ਨੇ ਉਹਨੂੰ ਪਕੜ ਕੇ ਨਾ ਚੰਗੀ ਤਰ੍ਹਾਂ ਰੱਸੀ ਨਾਲ ਬੰਨ੍ਹ ਲਿਆ, ਕੱਪੜੇ ਨਾਲ ਬੰਨ੍ਹ ਕੇ, ਤੇ ਕਹਿੰਦੇ ਵੀ ਹੁਣ ਨਹੀਂ ਛੱਡਣਾ ਤੈਨੂੰ, ਵੀ ਤੈਨੂੰ ਅੱਗੇ ਵੀ ਲੈ ਕੇ ਗਏ ਸੀ, ਤੂੰ ਨੱਠ ਗਿਆ ਸੀ, ਤੂੰ ਹੀ ਸੀਗਾ। ਕਹਿੰਦੇ ਹਾਂਜੀ। ਮਗਰੋਂ ਇੰਨਾ ਪ੍ਰਸਿੱਧ ਕੀਰਤਨੀਆ ਹੋਇਆ ਉਹ ਬੰਦਾ ਕਿ ਉਸ ਬੰਦੇ ਦੀ ਕੀਰਤਨ ਦੀ ਜਿਹੜੀ ਸੀ ਬੰਦੇ ਲੋਕੀ ਦਾਤ ਦਿੰਦੇ ਸੀਗੇ ਵੀ ਇਹ ਇਤਨਾ ਸੁੰਦਰ। ਮੇਰਾ ਕਹਿਣ ਤੋਂ ਭਾਵ ਕਿ ਗੁਰੂ ਦਾ ਸਿੱਖ ਜਿਹੜਾ ਹੈ ਉਹ ਕਿਸੇ ਦੇ ਜੀਵਨ ਨੂੰ ਬਦਲੀ ਕਰਦਾ, ਇਹ ਪੁੰਨ ਹੈ ਅਸਲ, ਇਹ ਬੀਜਿਆ ਉਸਨੇ। ਇਸ ਬੀਜ ਨੂੰ ਜਿਹੜਾ ਹੈ ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਫਿਰ ਤੋੜ ਨਾ ਆਵੇ ਹਰ ਪੁੰਨ ਕੀ। ਇਹ ਤੋੜ, ਇਸ ਪੁੰਨ ਦੀ ਤੋੜ ਨਹੀਂ ਆਉਂਦੀ। ਅੱਜ ਮੈਂ ਦੇ ਦਿੱਤਾ ਕਿਸੇ ਨੂੰ ਖਾਣ ਵਾਸਤੇ, ਕੱਲ੍ਹ ਵਿਚਾਰਾ ਫਿਰ ਸੜਕ 'ਤੇ ਚਲਾ ਜਾਏਗਾ ਭੁੱਖਾ ਤੇ ਭੁੱਖਾ। ਪਰ ਜਿਸ ਨੂੰ ਇਹ ਦਾਤ ਪ੍ਰਾਪਤ ਹੋ ਜਾਏ, ਜਿਹੜਾ ਜੀਵਨ ਬਦਲੀ ਕਰਦੇ ਕਿਸੇ ਦਾ, ਇਹ ਕੇਵਲ ਤੇ ਕੇਵਲ ਗੁਰੂ ਕੋਲੋਂ ਮਿਲਦੀ ਹੈ। ਇਹ ਗੁਰੂ ਸਿਖਾਉਂਦੇ ਨੇ, ਇਹ ਗੁਰੂ ਦੀ ਹੀ ਬਖਸ਼ਿਸ਼ ਹੈ ਜਿਹੜਾ ਸਾਨੂੰ ਇਸ ਪ੍ਰਕਾਰ ਦੀਆਂ ਦਾਤਾਂ ਬਖਸ਼ਿਸ਼ ਕਰਦਾ ਹੈ। ਇਹ ਪਵਿੱਤਰ ਪਾਵਨ ਸ਼ਬਦ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ, ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 450 ਪੰਨੇ ਉੱਤੇ ਛੰਤ ਰੂਪ 'ਚ ਹੈ। ਤੀਜਾ ਹਿੱਸਾ ਮੈਂ ਇਹਦਾ ਪੜ੍ਹਿਆ, 2 ਹਿੱਸੇ ਪਹਿਲਾਂ ਪੜ੍ਹੇ ਸਨ, ਅੱਜ ਤੀਜਾ ਹਿੱਸਾ ਪੜ੍ਹਿਆ। ਇੱਕ ਹਿੱਸਾ ਇਹਦਾ ਹੋਰ ਬਾਕੀ ਹੈ, ਅਗਲੇ ਐਤਵਾਰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ। ਅਸੀਂ ਵੀ ਸਤਿਗੁਰੂ ਜੀ ਪਾਸੋਂ ਇਹ ਪ੍ਰੀਤ ਦੀ ਮੰਗ ਕਰੀਏ, ਗਰੀਬ ਨਿਵਾਜ ਪਾਤਸ਼ਾਹ ਜੀ ਸਾਨੂੰ ਵੀ ਇਹੋ ਜਿਹੀ ਪ੍ਰੀਤ ਦਿਓ। ਅਸੀਂ ਸਾਰੀ ਜ਼ਿੰਦਗੀ ਪਤਾ ਨਹੀਂ ਕਿਸ ਤਰ੍ਹਾਂ ਗੁਜ਼ਾਰ ਚੱਲੇ ਹਾਂ ਤੇ ਕਿਸ ਤਰ੍ਹਾਂ ਗੁਜ਼ਾਰ ਰਹੇ ਹਾਂ, ਤੇ ਇਸ ਕਰਕੇ ਸਾਨੂੰ ਇਹ ਪ੍ਰੀਤ ਦੀ ਦਾਤ ਬਖਸ਼ਿਸ਼ ਕਰੋ ਤਾਂ ਕਿ ਸਾਡਾ ਜੀਵਨ ਜਿਹੜਾ ਹੈ ਸੁਖੀ ਹੋ ਜਾਏ, ਸਾਡਾ ਜੀਵਨ ਸੁਗੜ ਤੇ ਸਿਆਣਿਆਂ ਵਾਲਾ ਹੋ ਜਾਏ, ਅਸੀਂ ਹਮੇਸ਼ਾ ਜੀਵਨ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸਾਰੇ ਕਿਰਪਾਲਤਾ ਕਰਨਾ। ਉਪਰੰਤ ਆਨੰਦ ਸਾਹਿਬ ਦਾ ਪਾਠ ਕਰਕੇ ਦੀਵਾਨ ਦੀ ਸਮਾਪਤੀ। ਪ੍ਰੀਤ ਹੈ, ਪ੍ਰੀਤ ਹੈ, ਗੁਰੂ ਸਿੱਖਾਂ ਮਨ ਹਰ ਪ੍ਰੀਤ ਹੈ, ਪ੍ਰੀਤ ਹੈ, ਪ੍ਰੀਤ ਹੈ, ਗੁਰੂ ਸਿੱਖਾਂ ਹਰ ਪ੍ਰੀਤ ਹੈ। ਹਰ ਨਾਮ ਹਰ ਤੇਰੀ ਨਾਮ ਰਾਜੇ, ਹਰ ਨਾਮ ਹਰ ਤੇਰੀ ਨਾਮ ਰਾਜੇ, ਰਾਮ ਰਾਜੇ। ਪ੍ਰੀਤ ਹੈ, ਪ੍ਰੀਤ ਹੈ, ਗੁਰੂ ਸਿੱਖਾਂ ਹਰ ਪ੍ਰੀਤ ਹੈ, ਪ੍ਰੀਤ ਹੈ, ਪ੍ਰੀਤ ਹੈ, ਗੁਰੂ ਸਿੱਖਾਂ ਹਰ ਪ੍ਰੀਤ ਹੈ, ਪ੍ਰੀਤ ਹੈ, ਪ੍ਰੀਤ ਹੈ। ਕਰ ਸੇ ਮੈਂ ਪੂਰਾ ਸਤਿਗੁਰੂ, ਕਰ ਸੇ ਮੈਂ ਪੂਰਾ ਸਤਿਗੁਰੂ, ਦੁਖ ਜਾਏ